ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਏਕ ਓੰਕਾਰਾ ਸਤਿਗੁਰੂ, ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਬਰਨ ਸਕੋ ਮਹਿਮਾ ਜੋ ਤਿਹਾਰੀ। ਹਮ ਨਾ ਸਗਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨ, ਸਿਰ ਚਰਨਨ ਪਰ ਧਾਰ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਕਿਆ ਪੜੀਐ ਕਿਆ ਗੁਣੀਐ, ਕਿਆ ਬੇਦ ਪੁਰਾਨ ਸੁਣੀਐ। ਕਿਆ ਪੜੀਐ ਕਿਆ ਗੁਣੀਐ, ਕਿਆ ਬੇਦ ਪੁਰਾਨ ਸੁਣੀਐ। ਪੜੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚ ਹੈ ਬਾਰੰਬਾਰਾ। ਰਹਾਉ ਅੰਧਿਆਰੇ ਦੀਪਕ ਚਹੀਆ, ਇਕ ਬਾਸਤਿ ਅਗੋਚਰ ਲਹੀਆ। ਬਾਸਤਿ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜੋ ਕਿ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਭਾਈ ਰਾਮ ਸਿੰਘ ਜੀ ਅਣਖੀ ਉਹਨਾਂ ਦੇ ਕੀਰਤਨੀ ਜਥੇ ਤੋਂ ਬੜੇ ਪਿਆਰ ਸਤਿਕਾਰ ਸਹਿਤ ਸਤਿਗੁਰੂ ਬਾਬਾ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਪਿਆਰ ਦਾ ਪ੍ਰਸੰਗ ਬੜੀ ਸ਼ਰਧਾ ਨਾਲ ਸ਼ਰਵਣ ਕਰ ਰਹੇ ਸੀ। ਅੱਜ ਭਾਰਤ ਦੇ ਅੰਦਰ ਮਨਾਇਆ ਜਾਣ ਵਾਲਾ ਜੋ ਲੌਕਿਕ ਤਿਉਹਾਰ ਹੈ, ਇਸ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਇਕੱਤਰਤ ਹੋਈਆਂ ਹਨ। ਇਹ ਤਿਉਹਾਰ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਖਾਸ ਕਰਕੇ ਪੰਜਾਬ ਦੇ ਅੰਦਰ ਇਸ ਤਿਉਹਾਰ ਦੀ ਬਹੁਤ ਵੱਡੀ ਮਹਾਨਤਾ ਹੈ। ਇਸ ਤਿਉਹਾਰ ਨੂੰ ਰੱਖੜੀ ਦਾ ਤਿਉਹਾਰ ਕਹਿੰਦੇ ਹਨ। ਇਹਦਾ ਆਖਰੀ ਅਰਥ ਹੈ, ਰੱਖੜੀ ਦਾ ਅਰਥ ਹੈ ਰੱਖ।
ਭਾਵ ਭੈਣਾਂ ਆਪਣੇ ਨੌਜਵਾਨ ਭਰਾ ਦੇ ਗੁੱਟ ਨੂੰ ਇੱਕ ਰੱਖ ਬੰਨ੍ਹਦੀਆਂ ਸਨ, ਅਤੋਂ ਪਰਨ ਲੈਂਦੀਆਂ ਸਨ ਕਿ ਤੂੰ ਸਾਡੇ ਧਰਮ ਦੀ ਰੱਖਿਆ ਕਰੇਂਗਾ। ਇਹ ਤਿਉਹਾਰ ਕਿਉਂ ਚੱਲਿਆ? ਜਦੋਂ ਮੁਸਲਮਾਨੀ ਰਾਜ ਦਾ ਜ਼ੋਰ ਸੀ, ਉਸ ਵੇਲੇ ਮੁਸਲਮਾਨ ਜਰਬਾਣੇ ਸਾਡੀਆਂ ਧੀਆਂ ਭੈਣਾਂ ਨੂੰ ਜ਼ਬਰਦਸਤੀ ਚੁੱਕ ਕਰਕੇ ਲੈ ਜਾਂਦੇ ਸਨ ਔਰ ਊਠ ਬੋਤੇ ਦਾ ਮੁੱਲ 20 ਤੇ 25 ਰੁਪਏ ਜਾਂ 50 ਰੁਪਏ ਪੈਂਦਾ ਸੀ, ਪਰ ਲੜਕੀਆਂ ਗਜਨੀ ਦੇ ਬਾਜ਼ਾਰਾਂ ਵਿੱਚ ਜਾ ਕਰਕੇ 2-2 ਪੈਸਿਆਂ ਨੂੰ ਵਿਕਦੀਆਂ ਸਨ। ਫਿਰ ਭੈਣਾਂ ਨੇ ਭਰਾਵਾਂ ਨੂੰ ਬੰਗਾਰ ਪਾਈ ਕਿ ਕੀ ਤੁਸੀਂ ਸਾਡੀ ਰੱਖਿਆ ਨਹੀਂ ਕਰ ਸਕਦੇ? ਰਾਖੀ ਦਾ ਪਾਰਨ ਜਿਹੜੇ ਭਰਾ ਲੈਂਦੇ ਸਨ, ਉਹਨਾਂ ਦੇ ਗੁੱਟ ਨੂੰ ਭੈਣਾਂ ਇੱਕ ਗਾਨਾ ਬੰਨ੍ਹਿਆ ਕਰਦੀਆਂ ਸਨ, ਚਾਹੇ ਉਹ ਫੁੱਲ ਬਣਾ ਕੇ ਨਾਲ ਬੰਨ੍ਹ ਦੇਣ, ਚਾਹੇ ਉਸ ਤਰ੍ਹਾਂ ਹੀ ਗਾਨਾ ਬੰਨ੍ਹ ਦਿੱਤਾ ਜਾਵੇ। ਇਹ ਰੱਖੜੀ ਦਾ ਤਿਉਹਾਰ ਭਰਾਵਾਂ ਵੱਲੋਂ ਕੀਤੀ ਹੋਈ ਪ੍ਰਤਿਗਿਆ ਸੀ ਕਿ ਸਾਡੇ ਪ੍ਰਾਣ ਜਦੋਂ ਕੰਮ ਕਰਦੇ ਹਨ, ਭਾਵ ਸਰੀਰ ਵਿੱਚ ਬਲ ਹੈ, ਅਸੀਂ ਤੁਹਾਡੀ ਇੱਜ਼ਤ ਦੇ ਰਾਖੇ ਬਣਾਂਗੇ, ਤੁਹਾਡਾ ਧਰਮ ਨਹੀਂ ਖੀਣ ਹੋਣ ਦੇਵਾਂਗੇ। ਇਹ ਲੌਕਿਕ ਤਿਉਹਾਰ ਬਣ ਗਿਆ ਸੀ। ਗੁਰੂ ਘਰ ਵਿੱਚ ਇਸ ਤਿਉਹਾਰ ਦੀ ਮਹਾਨਤਾ ਕਿਵੇਂ ਬਣੀ ਹੈ? ਅੱਜ ਬਾਬਾ ਬਕਾਲਾ ਸਾਹਿਬ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਦਾ ਜੋੜ ਮੇਲਾ ਹੈ। ਗੁਰਮਤਿ ਵਿੱਚ ਇਹ ਤਿਉਹਾਰ ਕਿਉਂ ਬਹੁਤਾ ਸਤਿਕਾਰਯੋਗ ਬਣਿਆ, ਪਿਆਰਯੋਗ ਬਣਿਆ? ਗੁਰੂ ਘਰ ਵਿੱਚ ਇਸ ਤਿਉਹਾਰ ਦੇ ਨਾਲ ਬਹੁਤ ਵੱਡਾ ਇਤਿਹਾਸ ਜੁੜ ਗਿਆ ਹੈ। ਪਹਿਲਾਂ ਤੇ ਭੈਣਾਂ ਔਰ ਭਰਾਵਾਂ ਦਾ ਹੀ ਤਿਉਹਾਰ ਸੀ ਨਾ, ਲੌਕਿਕ ਤਿਉਹਾਰ ਸੀ। ਹੁਣ ਇਹ ਤਿਉਹਾਰ ਗੁਰਮਤਿ ਵਿੱਚ ਬਹੁਤ ਵੱਡਾ ਧਾਰਮਿਕ ਬਣ ਗਿਆ ਹੈ। ਇਸ ਤਿਉਹਾਰ ਨੂੰ ਆਪਾਂ ਰੱਖੜ ਪੁੰਨਿਆ ਕਹਿੰਦੇ ਹਾਂ। ਰੱਖੜ ਪੁੰਨਿਆ ਇਸ ਤਿਉਹਾਰ ਨੂੰ ਕਦੋਂ ਤੋਂ ਕਹਿਣ ਦਾ ਪ੍ਰਚਾਰ ਸ਼ੁਰੂ ਹੋਇਆ? ਇਹ ਸਾਖੀ ਆਪ ਜੀ ਨੇ ਬਹੁਤ ਵਾਰੀ ਸ਼ਰਵਣ ਕੀਤੀ ਹੈ ਕਿ ਗੁਰੂ ਘਰ ਦਾ ਇੱਕ ਗੁਰਸਿੱਖ ਸ਼ਰਧਾਲੂ ਸੀ ਮੱਖਣ ਸ਼ਾਹ ਲਵਾਣਾ। ਉਹ ਤਜਾਰਤ ਕਰਿਆ ਕਰਦਾ ਸੀ ਜਹਾਜ਼ਾਂ ਰਾਹੀਂ। ਉਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਦੇ ਜਹਾਜ਼ ਨਹੀਂ ਸਨ ਜਿਸ ਤਰ੍ਹਾਂ ਅੱਜ ਹਨ। ਉਹ ਜਹਾਜ਼ ਬਾਦਵਾਨਾਂ ਨਾਲ ਚੱਲਦੇ ਸਨ, ਸਮੁੰਦਰੀ ਜਹਾਜ਼, ਭਾਵ ਕੱਪੜੇ ਲੱਗੇ ਹੁੰਦੇ ਸਨ। ਜਿੱਧਰ ਦੀ ਹਵਾ ਆਉਣੀ, ਹਵਾ ਨੇ ਉਹਨਾਂ ਕੱਪੜਿਆਂ ਵਿੱਚ ਭਰ ਕੇ ਧੱਕ ਕੇ ਲੈ ਜਾਣਾ। ਕਈ ਵਾਰੀ ਐਸੀ ਜ਼ੋਰਦਾਰ ਹਨੇਰੀ ਆਉਣੀ, ਉਹ ਜਹਾਜ਼ ਫਿਰ ਹਵਾ ਦੇ ਜ਼ੋਰ ਨਾਲ ਮਲਾਹਾਂ ਤੋਂ ਬੇਕਾਬੂ ਹੋ ਕਰਕੇ ਕਈ ਵਾਰੀ ਜੇਲ੍ਹਣ ਜਾਂ ਚਟਾਨਾਂ ਦੇ ਵਿੱਚ ਜਾ ਕੇ ਫਸ ਜਾਂਦੇ ਸਨ। ਫਿਰ ਬੜਾ ਭਾਰੀ ਸੰਕਟ ਵਿਆਪਦਾ ਸੀ। ਇਸ ਤਰ੍ਹਾਂ ਇਹਨਾਂ ਜਹਾਜ਼ਾਂ ਨੂੰ ਬੰਨੇ ਲਾਉਣ ਲਈ ਇਹ ਫਿਰ ਆਪੋ ਆਪਣੇ ਗੁਰੂਆਂ ਪੀਰਾਂ ਨੂੰ ਮਨਾਉਂਦੇ ਸਨ। ਕਈ ਲੋਕ ਬਲੀਆਂ ਵੀ ਦਿੰਦੇ ਸਨ ਕਿ ਸਾਡਾ ਜਹਾਜ਼ ਬੰਨੇ ਲੱਗ ਜਾਵੇ, ਖਵਾਜੇ ਦੀ ਬਲੀ ਦੇਣੀ ਜਾਂ ਦਲੀਏ ਦੇਣੇ, ਅਸੀਂ ਸੁੱਖ ਸਵੀਲੀ ਆਪਣੇ ਦੇਸ਼ ਵਿੱਚ ਪਹੁੰਚ ਜਾਈਏ। ਐਸੀ ਖੇਡ ਵਰਤੀ ਕਿ ਮੱਖਣ ਸ਼ਾਹ ਜੀ ਦਾ ਜੋ ਬੇੜਾ ਸੀ ਦਲਦਲ ਵਿੱਚ ਫਸ ਗਿਆ। ਬਹੁਤ ਸਾਰੇ ਉਪਚਾਰ ਕੀਤੇ, ਲੇਕਿਨ ਜਹਾਜ਼ ਬੰਨੇ ਨਾ ਲੱਗ ਸਕਿਆ। ਅਖੀਰ ਉਸਨੇ ਬਹੁਤ ਸਾਰੇ ਪੀਰ ਫਕੀਰ ਮਨਾਏ, ਪਰ ਸਫਲਤਾ ਪ੍ਰਾਪਤ ਨਾ ਹੋਈ। ਓੜਕ ਜਦੋਂ 4 ਚੁਫੇਰਿਓਂ ਨਿਰਾਸ਼ਾ ਹੋਇਆ, ਸਤਿਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਦਾ ਆਰਾਧਨ ਕੀਤਾ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਕਲਯੁਗ ਦੇ ਸ਼ਹਿਨਸ਼ਾਹ ਹੋ, ਆਪ ਕਿਰਪਾ ਕਰੋ। ਜੇ ਮੇਰਾ ਜਹਾਜ਼ ਬੰਨੇ ਲੱਗ ਜਾਵੇ, ਮੈਂ ਗੁਰੂ ਘਰ ਨੂੰ 500 ਮੋਹਰ ਦਸਵੰਧ ਦੀ ਭੇਟਾ ਅਰਪਣ ਕਰਾਂਗਾ। ਸੋ ਮੱਖਣ ਸ਼ਾਹ ਲਵਾਣੇ ਦੀ ਜੋ ਅਰਦਾਸ ਸੀ, ਉਹ ਅਕਾਲ ਪੁਰਖ ਦੇ ਦਰਬਾਰ ਵਿੱਚ ਮਨਜ਼ੂਰ ਹੋਈ। ਜਹਾਜ਼ ਜਿਹੜਾ ਸੀ ਚੱਲ ਪਿਆ ਔਰ ਬੰਨੇ ਲੱਗ ਗਿਆ। ਸਮੇਂ ਅਨੁਸਾਰ
ਭਾਈ ਸਾਹਿਬ ਜੀ ਪੰਜਾਬ ਵਿੱਚ ਆਏ। ਆ ਕਰਕੇ ਪੁੱਛਿਆ ਕਿ ਹੁਣ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਉੱਪਰ ਕਿਹੜੇ ਸਰੂਪ ਬਿਰਾਜਮਾਨ ਹਨ ਔਰ ਕਿੱਥੇ ਹਨ। ਸੰਗਤਾਂ ਨੇ ਕਿਹਾ ਕਿ ਉਹਨਾਂ ਦੀ ਗੱਦੀ ਤੇ 8ਵੇਂ ਪਾਤਸ਼ਾਹ ਸਾਹਿਬ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਸਨ। ਉਹ ਦਿੱਲੀ ਬਾਲਾ ਸਾਹਿਬ ਦੇ ਅਸਥਾਨ ਤੇ ਜੋਤੀ ਜੋਤ ਸਮਾਉਣ ਵੇਲੇ 5 ਪੈਸੇ ਨਾਲੀਏਰ ਦੇ ਕਰਕੇ ਇਹ ਬਚਨ ਕਹਿ ਗਏ ਹਨ, ਬਾਬਾ ਵਸੇ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਹੁਣ ਜੋ ਸਤਿਗੁਰੂ ਜੀ ਨੇ ਇਸ਼ਾਰਾ ਦਿੱਤਾ ਸੀ ਉਹ ਹੈ ਤਾਂ ਸਹੀ ਸੀ, ਪਰੰਤੂ ਇਸ ਚੀਜ਼ ਨੂੰ ਕੋਈ ਸਮਝ ਨਾ ਸਕਿਆ ਜਾਂ ਸਤਿਗੁਰੂ ਦੀ ਇੱਛਾ ਹਾਲੇ ਗੁਪਤ ਰਹਿਣ ਦੀ ਸੀ। ਕਿਉਂਕਿ ਬਾਬਾ ਗੁਰਦਿੱਤਾ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ ਧੀਰਮਲ ਤੇ ਸ਼੍ਰੀ ਰਾਮ ਰਾਏ, ਆਪਣੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਗੁਰੂ ਹਰਿਰਾਏ ਸਾਹਿਬ ਦੇ ਦੋ ਸਪੁੱਤਰ ਸਨ, ਸ਼੍ਰੀ ਰਾਮ ਰਾਏ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਭਰਾ ਸਨ। ਕਿਉਂਕਿ ਗੁਰੂ ਹਰਿਕ੍ਰਿਸ਼ਨ ਜੀ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਲੱਗੇ ਨਾ, ਤੇ ਉਹਨਾਂ ਦੇ ਭਰਾ ਦੇ ਵੀ ਪੋਤਰੇ ਹੀ ਲੱਗਣਾ ਸੀ। ਇਸ ਕਰਕੇ ਉਹਨਾਂ ਨੇ ਕਿਹਾ ਕਿ ਬਾਬਾ ਵਸੇ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਪਾਰੇ ਵਿਚਾਰਧਾਰਾ ਕਿਸੇ ਦੇ ਮਨ 'ਚ ਵੀ ਪ੍ਰਗਟ ਨਾ ਹੋਈ। ਹੋਇਆ ਕਿ ਇਸ ਵਚਨ ਨੂੰ ਸ਼ਰਵਣ ਕਰਕੇ ਜੋ ਪਖੰਡੀ ਲੋਕ ਸਨ 22 ਦੁਕਾਨਾਂ ਬਣਾ ਕੇ ਬਾਬੇ ਬਕਾਲੇ ਬਹਿ ਗਏ। ਆਪੋ ਆਪਣੀਆਂ ਮੰਜੀਆਂ ਲਾ ਕੇ, ਉਹ ਕਹੇ ਮੈਂ ਗੁਰੂ ਹਾਂ, ਉਹ ਕਹੇ ਮੈਂ ਗੁਰੂ ਹਾਂ, ਤੇ ਮੋਹਰੇ ਆਪੋ ਆਪਣੇ ਮਸੰਦ ਰੱਖੇ ਹੋਏ। ਉਹ ਪ੍ਰੇਰ ਕੇ ਸੰਗਤਾਂ ਨੂੰ ਜਾਣ ਸੱਚਾ ਗੁਰੂ ਇਹ ਹੈ ਜੀ, ਸੱਚਾ ਪਾਤਸ਼ਾਹ ਇਹ ਹੈ। ਇਹਨੀ ਖੂਬ ਲੁੱਟ ਮਚਾਈ। ਖੈਰ ਮੱਖਣ ਸ਼ਾਹ ਲਵਾਣਾ ਜੀ ਵਿਚਰਦੇ ਜਿਹੜੇ ਸੰਗਤਾਂ ਨੂੰ ਪੁੱਛਿਆ ਕਿ ਗੁਰੂ ਕਿੱਥੇ ਹਨ, ਕਹਿਣ ਲੱਗੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਇਹ ਬਚਨ ਕਰ ਗਏ ਹਨ। ਇਹਨਾਂ ਦੇ ਨਾਲ 500 ਘੋੜਸਵਾਰ ਜਵਾਨ ਸੀ। ਭੇਟਾ ਲੈ ਕਰਕੇ ਬਾਬਾ ਬਕਾਲਾ ਸਾਹਿਬ ਆ ਗਏ। ਬਾਬਾ ਬਕਾਲਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਨਾਨਕੇ ਪਿੰਡ ਸੀ। ਮਾਤਾ ਨਾਨਕੀ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸਨ, ਉਹਨਾਂ ਦਾ ਪੇਕੇ ਪਿੰਡ ਸੀ। ਗੱਜ ਕੇ ਬੋਲੋ ਸਤਿਨਾਮ। ਗੁਰੂ ਦੇ ਇਤਿਹਾਸ ਵਿੱਚ 2 ਨਾਨਕੀਆਂ ਹਨ। ਇੱਕ ਬਾਬਾ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ, ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦੀ ਜੀ ਔਰ ਜਗਤ ਮਾਤਾ ਨਾਨਕੀ ਜੀ ਹਨ। ਇਸ ਤਰ੍ਹਾਂ ਗੁਰੂ ਘਰ ਵਿੱਚ ਸ਼ਾਹ ਹਨ, ਬੁੱਢਣ ਸ਼ਾਹ, ਭਾਈ ਭੀਖਣ ਸ਼ਾਹ, ਬੁੱਧੂ ਸ਼ਾਹ, ਲੱਖੀ ਸ਼ਾਹ ਤੇ ਮੱਖਣ ਸ਼ਾਹ। ਇਹ ਗੁਰੂ ਘਰ ਦੇ ਸ਼ਾਹ ਆ। ਇਹਨਾਂ ਨੂੰ ਸ਼ਾਹ ਦੀ ਡਿਗਰੀ ਮਿਲੀ ਹੈ ਸੱਚੇ ਪਾਤਸ਼ਾਹ ਦੇ ਘਰੋਂ। ਸੋ ਪਿਆਰੀ ਸਾਧ ਸੰਗਤ ਜੀ, ਜਦੋਂ ਬਾਬੇ ਬਕਾਲੇ ਆਏ, ਪੁੱਛਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਜੋਤੀ ਜੋਤ ਪਤਾਲਪੁਰੀ ਦੇ ਸਥਾਨ ਤੇ ਸਮਾਏ ਸਨ, ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਮੈਨੂੰ ਕਿੱਥੇ ਰਹਿਣ ਦੀ ਆਗਿਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਤੁਸੀਂ ਜਾ ਕਰਕੇ ਆਪਣੇ ਪੇਕੇ ਪਿੰਡ ਬਾਬੇ ਬਕਾਲੇ ਰਹੋ। ਮਾਤਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਤੁਸੀਂ ਗੱਦੀ ਸਾਰੇ ਪੁੱਤਰ ਛੱਡ ਕੇ ਪੋਤਿਆਂ ਨੂੰ ਦੇ ਦਿੱਤੀ ਹੈ, ਮੇਰਾ ਪੁੱਤਰ ਭੋਲਾ ਪਾਲਾ ਹੈ। ਸਤਿਗੁਰੂ ਜੀ ਕਹਿਣ ਲੱਗੇ ਪਹਿਲਾਂ ਪੋਤਾ ਆਵੇਗਾ, ਫਿਰ ਪੜਪੋਤਾ, ਉਹ ਤੋਂ ਬਾਅਦ ਤੇਰੇ ਪੁੱਤਰ ਨੂੰ ਮਾਣ ਪ੍ਰਾਪਤ ਹੋਵੇਗਾ। ਹੁਣ ਉਹ ਉੱਥੇ ਬੈਠ ਕਰਕੇ ਭੋਰੇ ਵਿੱਚ ਤਪੱਸਿਆ ਕਰਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਦੀ ਆਗਿਆ ਦੇ ਅਨੁਸਾਰ ਮਾਤਾ ਨਾਨਕੀ ਜੀ ਆਪਣੇ ਪੇਕੇ ਨਗਰ ਆਏ ਸਨ, ਜਿੱਥੇ ਅੱਜ 9 ਮੰਜ਼ਲਾ ਸਥਾਨ ਹੈ ਨਾ, ਭੋਰਾ ਸਾਹਿਬ ਮੌਜੂਦ ਹੈ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਪੱਸਿਆ ਕਰਦੇ ਸਨ ਅਤੇ ਮਾਤਾ ਨਾਨਕੀ ਜੀ ਉਹਨਾਂ ਦੀ ਸਾਰੀ ਦੇਖ ਰੇਖ ਕਰਦੇ ਸਨ। ਮੱਖਣ ਸ਼ਾਹ ਲਵਾਣਾ ਜੀ ਇੱਥੇ ਪਹੁੰਚ ਗਏ। ਆ ਕਰਕੇ ਪੁੱਛਿਆ, ਹੁਣ 22 ਮੰਜੀਆਂ ਜੁਦੀਆਂ ਲੱਗੀਆਂ ਹੋਈਆਂ। ਭਾਈ ਸਾਹਿਬ ਨੇ ਵਿਚਾਰਿਆ ਕਿ ਇਹ ਤਾਂ ਕਦੇ ਹੋ ਨਹੀਂ ਸਕਦਾ, ਇੱਕ ਝੱਲ ਵਿੱਚ 2 ਸ਼ੇਰ ਰਹਿਣ ਔਰ ਸੰਸਾਰ ਵਿੱਚ 2 ਗੁਰੂ ਹੋਣ। ਇਹਦਾ ਕਈ ਗੁਰੂ ਬਣੇ ਬੈਠੇ ਹਨ।
पर हुण निर्णय किवें होवे? सतगुरां दा बचन है, बाबा बसे बकाले, बन गुर संगत सगल संभाले। चलो आपां निंदिया तो नहीं करनी, इउं करदे हां, पंज पंज मोहरां रख के सारिआं नूं मत्था टेकी चलदे हां। जिहड़ा सच्चा गुरु होवेगा वो आप ही अपनी भेटा मंग लवेगा भी सुखना 500 की सुखी है तो दिंदा 5 है। ये धारणा धार ले, नाले निर्णय हो जाएगा कि असली कौन है तो नकली कौन है। भाई मक्खन शाह जी ने यह विचार करके पंज पंज मोहरां ये जिहड़े पखंडी गुरु बने बैठे सन टेकदे गए। किसी ने दिल की गल ना बुझी, आपो अपने जिहड़े रखे हुए सन ना मसंद, वो मक्खन शाह के दुआले घुमाउण, ਇੱਥੇ आओ जी, ऐं करो जी, प्रभावित करन लई। ये सच्चे गुरु हैं, इधर सच्चे गुरु हैं। भाव एडा वड्डा मालदार बनजारा सिख है, जे साडा सेवक बन जाऊ तो माल खुला मिलेगा, धन धान नाल भर जावांगे, अमीर सेवक हो जाएगा। जदों भी मंगांगे उदों माया खुली मिलेगी। ये इस चाल ते बैठे हुए हैं। पर ये गुरसिख बड़ा सुलझिया होया सी। जदों वेख्या भी मेरे दिल की गल तो किसी ने बुझी ही नहीं, दसबंध मंगिया ही किसी ने नहीं, उन्हें कहा भी तो सारे पखंडवादी। अखीर रात उसने बड़ी चिंता विच गुजारी कि 8वें पातशाह का बचन तो निष्फल हो नहीं सकता। गल की है कि बाबे बगाले विच असलीयत होनी चाहिए है, प्रगट नहीं हो रही। इन्हें फिर बचन किया भी तड़के जो मैं इशनान करके उठांगा, जड़ा बच्चा मैनू पहला मिल जाए, बच्चे का हिरदा शुद्ध हुंदा, उन्होंने पुछांगे कि इत्थे होर भी कोई गुरु है। भाई साहब जी तड़के उठे, इशनान पान किते, अपना नितनेम कर रहे हैं। कुदरती एक बच्चा सहबन ही इन्हों मिलिया, जड़ा हाले बालग नहीं सी। उन्होंने पुछण लगे, काका इत्थे 22 गुरुआं दे तां मैं दर्शन कर लए हैं, कोई होर गुरु भी है? वो कहन लगे एक तेग बहादुर हैं, भोरे विच रहिंदे किसी नूं मिलदे ही नहीं हैं। क्योंकि सतगुरु जी भोरे विच रह करके तपस्या करते सन। 8 पहरे एक छटांक मूंगी दी बलूनी दाल खानी, जां किते किते सरदाई वरतनी, और 4 बजे घोड़े ते सवार हो करके गुरु तेग बहादुर साहब जदों चेते आवे सैल ले जाते सन। बाबा रामदेव जिन्हां दा नाम निहाल ते मीहा साहब है, ये लंगर की खिदमत विच रिहा करते सन। एक दिन शीहे मसंद ने, जो धीरमल का मसंद से कि इन्हां दा तेज बुलंद होना, गुरु तेग बहादुर साहब जी के मस्तक विच गोली मार दी सी। सतगुरु जी बाल बाल बच गए सन। मस्तक ते थोड़ी झरीट ला के गोली अगे निकल गई सी। ते माता जी ने बहुत चिंता की सी कि मेरे पति परमेश्वर गुरु हरगोबिंद साहब कह गए सन गद्दी दे मालक बनणगे, पर दोखी लोग तां बार तो हटते नहीं हैं। बहुत माता नूं चिंता हुई सी। अते 6वें पातशाह ने यह भी कहा सी, इस ते उपजे बली आधारा। ये तो बहुत दल भंजन गुर सूरमे ने कहा सी, दुष्ट दमन का अवतार होवेगा गुरु तेग बहादुर साहब के घर, भाव तेरा पोतरा साडी चाल ते चलेगा, शास्त्र धारी खालसा पैदा करेगा। ये बचन गुरु हरगोबिंद साहब जी पहला ही कह गए सन। सो रहो विचार, जिस वेले वो बालक ने गल कही, भाई मक्खन शाह जी माता नानकी जी दे पेकियां दे घर आ गए हैं। आ करके माता जी नूं मिले और बेनती की कि मैं श्री गुरु तेग बहादुर साहब जी महाराज दे दर्शन करने चाहता हाँ। माता जी कहन लगे उन्हों का हुक्म बहुत सख्त है कि किसी भी बंदे नूं वो मिलते नहीं हैं। कहन लगे मैं बहुत दूरों आया और मेरी बड़ी भारी कामना शरधा है, बेनती करो दया करनगे, किरपा करनगे। सो माता जी श्री गुरु तेग बहादुर साहब जी के पास भोरे विच गए और बेनती की गुरसिख दी। सतगुरु जी मन्ने नहीं। अखीर माता जी ने कहा बहुत आजजियां करदा, 500 जवान नाल है, वो कहता जब तक दर्शन नहीं होंदे मैं फोका पानी नहीं पीना, अन्न ते की खाना, मैं भुखे ने इत्थे ही मर जाना, जां मैनू दर्शन देण। अखीर गुरु तेग बहादुर साहब जी ने आग्या बख्शिश की। भाई मक्खन शाह लवाना भोरे च गए और सतगुरु जी नूं
पहले पखंडवादी गुरुआं दी न्याई 5 मोहरां रख के नमस्कार कीती। गरीब नवाज जी चादरे की बुक्कल मार के बैठे सन। महाराज गुरु तेग बहादुर का शरीर बहुत वजनदार मन्निया छेवें पातशाह मूँ, लंबा कद, तिखे नैन नक्श, लंबियां बाहां। पहला नाम त्यागमल सी। करतारपुर के जंग में तलवार की बहादुरी दिखाई। छेवें पातशाह जी ने खुश होकर कहा सी तेरा नाम त्यागमल नहीं तू तेग बहादुर है। गज के बोलो सतनाम। ये महाराज ने बख्शिश के नाल सतगुरु जी ने नाम बख्शिश किया सी। श्री गुरु हरगोबिंद साहब जी महाराज ने जिले 5 मोहरा रखियां, जानी जान सतगुरु अंतरजामी घट घट के अंतर की जानत, भले बुरे की पीर पछानत। गुरु तेग बहादुर साहब जी महाराज ने चादरे की बुक्कल मारी हुई सी, लाया। कहते सुखना 500 की सुखना दिना 5 जद मजदूरी पूरी करनी है तो साध संगी फिर भेटा घट क्यों लईए। आ देख मुंडे छिले हुए। मक्खन शाह नूं यकीन हो गया कि सच्चा गुरु। हुण सतगुरु जी ने बयान लाता कि मैनू जड़ा प्रगट करेगा उहदा मूँह काला करके खोते दे बहाल के शहर दुआले 4 गेड़े देवांगे। मक्खन शाह ने कहा मैनू मूँह काला करना प्रवान है, खोते ते चढ़ के गेड़े देने प्रवान है, पर मैं पखंडियां दे जाल विचों सच्ची संगत नूं जरूर कढ़ना ते सच्चे गुरु नूं जरूर प्रगट करना और सच्चे गुरु दे लाड़ा संगत नूं लाउणा है। सो साध संगत जीओ, मक्खन शाह जी आ गए, मूँह काला कर लिया, गधे ते चढ़ करके देखो परोपकारी गुरसिख भाई लद्दे मंगू शहर दे दुआले 4 गेड़े दिते, सतगुरु का बचन पूरा किया और कोठे ते चढ़ के पल्ला फेर दिता, भुलिए संगते गुरु लादो रे, भुलिए संगते गुरु लादो रे। बस सारिया संगतां ज्यों बीरां घत के दौड़ियां तो अगे ही औखियां सन भी सच्चा गुरु लजे। तो पखंडियां नूं हुण अपनी मनियारी वालियां वांग दुकान दा फिकर पिया, ज्यों ज्यों दुकानां लैके दौड़े इहदे नाल 500 जवान है किते सब कोई लुट ना लवे। भाई साहब ने फिर कहा भी हुण इन्हां दे डेरे लुटो पखंडियां दे, ये संगतां नूं लुट लुट के खांदे रहे हन, सारियां दा समान लुट लिया। सनदवाद सूरमा सी 500 जवान। उस वेले सतगुरु जी नूं जिहले पता लग्या महाराज ने कहा भी तैं बड़ी ज्यादती की मक्खन शाह, की होया जे गुरु नानक दे घर ते इन्हां दा दाल मंडा चली जांदा जां मोड़िया, संतां पाछे होर खाए कनेरी, कोई गल नहीं है। सो गुरु ग्रंथ साहब का स्वरूप भी धीरमल दे कोल सी। करतारपुर साहब वाली बीड़ जिहड़ी अज मौजूद है धीरमलियां को, ये स्वरूप भी लै आया। हुण सतगुरु जी ने मुनासिब समझा कि प्रगट होने का समा आ गया। जिस दिन सतगुरु जी प्रगट होए सन वो रखड़ पुनिया का त्यौहार से, मतलब रखड़ी का त्यौहार होने के कारण वो पुनिया गुरु घर में सतगुरां दे प्रतख होने नाल रखड़ पुनिया बन गई, गुरपुरब बन गया। इस करके गुरु घर के अंदर ये रखड़ पुनिया का जिहड़ा त्यौहार है बहुत महान है। बाबा बकाला साहब सतगुरु जी का जिथे 9 मंजिला स्थान है, बहुत वड्डा मेला लगता है। दल पहुँचते हैं, थां थां लंगर चलते हैं, दबान लगते हैं, कथा कीर्तन प्रचार अमृत संचार होंदे हैं। आज आपां भी वडभागे हाँ कि सतगुरु गुरु तेग बहादुर साहब जी महाराज के गुरु रूप में प्रगट होने का आपां सारियां संगतां ये पवित्र गुरपुरब मना करके साहिब श्री गुरु तेग बहादुर जी की असीस नूं प्राप्त कर रहे हाँ अते मक्खन शाह लवाणे नूं बधाई दे रहे हाँ, जिसने इस दिन के उत्ते सच्चा गुरु प्रगट करके पखंड के जाल विचों संगतां नूं छड़ा के सच्चे गुरु दे लड़ लाया सी। गज के बोलो सतनाम। हुण सतगुरु जी ने समझा कि असीं अमृतसर साहब अपने पिता बजुर्गों की भूमि विच नमस्कार करिए और असीस प्राप्त करिए। मक्खन शाह लवाणे दे समेत सतगुरु गुरु तेग बहादुर साहब जी महाराज अमृतसर साहब की पावन धरती श्री हरमंदर साहब दरबार साहब आए। शारदाना संगतां समेत सरोवर साहब दे इशनान कीते, कड़ाह प्रसाद दीआं देगां सजाइयां और सतगुरु जी के चरणों में देगां नूं भोग लाउण वास्ते भेटां अर्पण करन लई गए। पर उस मौके दे
ਪੁਜਾਰੀਆਂ ਮਸੰਦਾਂ ਨੇ ਕਿ ਸੱਚਾ ਗੁਰੂ ਆ ਗਿਆ। ਕੋਈ ਧੀਰਮੱਲ ਦੇ ਪੱਖ ਦਾ ਸੀ, ਕੋਈ ਕਿਸੇ ਪੱਖ ਦਾ ਸੀ, ਉਹਨੇ ਦਰਵਾਜ਼ੇ ਬੰਦ ਕਰ ਲਿਆ, ਘਰੋਂ ਕਰੀ ਚਲਾ ਗਿਆ। ਸਤਿਗੁਰੂ ਜੀ ਨੇ ਫਿਰ ਉੱਥੇ ਬਚਨ ਕਹੇ, ਨੈ ਮਸੰਦ ਤੁਮ ਅੰਮ੍ਰਿਤ ਸਰੀਏ, ਅੰਮ੍ਰਿਤ ਸਰੀਏ ਨਹੀਂ ਤ੍ਰਿਸ਼ਨਾ ਅਗਨ ਤੇ ਅੰਤਰ ਸਰੀਏ। ਇਹ ਸਰਾਪ ਅੰਮ੍ਰਿਤਸਰ ਨੂੰ ਨਹੀਂ ਦਿੱਤਾ, ਪੁਜਾਰੀਆਂ ਨੂੰ ਦਿੱਤਾ, ਕਿਉਂਕਿ ਅੰਮ੍ਰਿਤਸਰੀਏ ਗੁਰੂ ਰਾਮਦਾਸ ਜੀ ਵੀ ਸਨ, ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਦੇ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਅੰਮ੍ਰਿਤਸਰ ਦੇ ਸਨ, ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਵੀ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਪਾਵਨ ਧਰਤੀ ਵਿੱਚ ਹੋਇਆ। ਇਹ ਦਰਬਾਰ ਸਾਹਿਬ ਨੂੰ ਸਰਾਪ ਨਹੀਂ, ਨਾ ਅੰਮ੍ਰਿਤਸਰ ਜ਼ਿਲ੍ਹੇ ਨੂੰ ਹੈ, ਨਾ ਅੰਮ੍ਰਿਤਸਰ ਦੀ ਸੰਗਤ ਨੂੰ ਹੈ। ਕਈ ਈਰਖਾ ਵਿੱਚ ਕਹਿ ਦਿੰਦੇ ਜੀ ਅੰਮ੍ਰਿਤਸਰੀਆਂ ਨੂੰ ਤਾਂ ਸਰਾਪ ਮਿਲਿਆ। ਨਹੀਂ, ਇਹ ਗੱਲ ਨਹੀਂ ਕਦੀ ਵੀ ਚੇੜਨਾ ਕਹਿਣੀ ਚਾਹੀਦੀ। ਇਹ ਤਾਂ ਜਿਹੜੇ ਮੌਕੇ ਦੇ ਮਸੰਦ ਸਨ ਉਹਨਾਂ ਨੂੰ ਹੈ, ਪੁਜਾਰੀਆਂ ਨੂੰ ਹੈ। ਸੋ ਸਤਿਗੁਰੂ ਜੀ ਜਿੱਥੇ ਅਕਾਲ ਤਖਤ ਦੇ ਸਾਹਮਣੇ ਵਾਲੇ ਪਾਸੇ ਭੂਰਾ ਸਾਹਿਬ ਹੈ ਨਾ, 9ਵੇਂ ਪਾਤਸ਼ਾਹ ਦਾ ਸਥਾਨ, ਇੱਥੇ ਬੋਹੜ ਦਾ ਦਰਖਤ ਸੀ ਉਸ ਵੇਲੇ, ਇਹਦੇ ਨੀਚੇ ਮਹਾਰਾਜ ਬੈਠੇ। ਫਿਰ ਮਾਈਆਂ ਨੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਮਾਈਆਂ ਨੇ ਉੱਥੇ ਖਾਲਸਿਆਂ ਦੀ ਬਾਂਹ ਫੜੀ ਹੈ ਜਿੱਥੇ ਮਰਦ ਸ਼ਿਕਾਇਤ ਖਾ ਗਏ। ਦੇਖ ਲਓ, ਮਾਤਾ ਭਾਗ ਕੌਰ ਜੀ ਨੇ ਰਾਣੀ ਝਾਂਸੀ ਦਾ ਇਤਿਹਾਸ ਪੜ੍ਹੋ, ਉਸ ਵੇਲੇ ਬਾਂਹ ਫੜੀ। ਫਿਰ ਰਾਣੀ ਸਾਹਿਬ ਕੌਰ ਨੇ ਜਿਹੜੇ ਪਟਿਆਲੀਆ ਰਾਜਾ ਸਾਹਿਬ ਸਿੰਘ ਸ਼ਿਕਾਇਤ ਖਾ ਗਿਆ ਮਰਹਟਿਆਂ ਤੋਂ। ਫਿਰ ਰੰਗ ਕੌਰ, ਰੂਪ ਕੌਰ, ਰਾਜ ਕੌਰ, ਚਮਕੌਰ ਦੇ ਜੰਗ ਵਿੱਚ ਕਿਵੇਂ ਸਿੰਘ ਸਰੀਰਾਂ ਦਾ ਮੁਸਲਮਾਨ ਲੋਥਾਂ ਜੋ ਭਾਲ ਕਰਕੇ ਸੰਸਕਾਰ ਕਰਦੀਆਂ ਰਹੀਆਂ। ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਵੀ ਇਹਨਾਂ ਮਾਤਾਵਾਂ ਨੇ ਬੜੀ ਹਿੰਮਤ ਕੀਤੀ। ਭਾਵੇਂ ਮਹਾਰਾਜ ਨੇ ਮਸੰਦਾਂ ਨੂੰ ਸ਼ਰਾਪ ਦਿੱਤਾ, ਪਰ ਅੰਮ੍ਰਿਤਸਰੀਏ ਅੱਖਰ ਰਸਾਂ ਤੋਂ ਨਿਕਲ ਗਿਆ, ਕਿਤੇ ਸਾਰਾ ਅੰਮ੍ਰਿਤਸਰ ਹੀ ਨਾ ਸੜਨ ਲੱਗ ਪਿਆ ਸ਼ਰਾਪ 'ਚ। ਮਾਈਆਂ ਨੇ ਫਿਰ ਗੱਲ 'ਚ ਪੱਲੇ ਪਾ ਲੈ, ਧੰਨ ਮਾਈਆਂ ਹਨ। ਮੈਨੂੰ ਐਤਕੀ ਬੜੀ ਖੁਸ਼ੀ ਹੈ ਕਿ ਮੇਰੀਆਂ ਭੈਣਾਂ ਔਰ ਮਾਤਾਵਾਂ ਹੀ ਸਾਰੀ ਸੇਵਾ ਕਰ ਰਹੀਆਂ ਹਨ। ਗੱਜ ਕੇ ਬੋਲੋ ਸਤਿਨਾਮ। ਇਹਨੇ ਵੀ ਬੜੀ ਹਿੰਮਤ ਕੀਤੀ ਹੈ। ਸਤਿਗੁਰਾਂ ਨੇ ਇਸ ਦਿਨ ਤੇ ਇਹਨਾਂ ਨੂੰ ਬਹੁਤ ਵੱਡਾ ਵਰਦਾਨ ਦਿੱਤਾ। ਮਾਈਆਂ ਨੇ ਕਿਹਾ, ਮਹਾਰਾਜ ਅਸੀਂ ਕੀ ਕਸੂਰ ਕੀਤਾ? ਕਸੂਰ ਤਾਂ ਮਸੰਦਾਂ ਦਾ ਹੈ, ਬਖਸ਼ੋ ਅੰਮ੍ਰਿਤਸਰੀਆਂ ਦਾ ਕੀ ਕਸੂਰ ਹੈ? ਸਤਿਗੁਰੂ ਜੀ ਨੇ ਫਿਰ ਖੁਸ਼ ਹੋ ਕੇ ਵਰ ਦਿੱਤਾ, ਮਾਈਆਂ ਰੱਬ ਰਜਾਈਆਂ, ਕਿ ਮਾਈਆਂ ਰੱਬ ਦੀ ਰਜਾ ਵਿੱਚ ਰਹਿਣ ਵਾਲੀਆਂ। ਹੁਣ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ, ਥਾਂ ਥਾਂ ਮਾਈਆਂ ਸੁਖਮਣੀ ਪੜ੍ਹਦੀਆਂ ਹੋਣਗੀਆਂ ਬੈਠੀਆਂ। ਬਾਬਾ ਦੀਪ ਸਿੰਘ ਦੇ ਚਲੇ ਜਾਓ, ਰਾਮਸਰ ਆ ਜਾਓ, ਬਵੇਕਸਰ ਸਾਹਿਬ ਆ ਜਾਓ, ਭਾਈ ਸਾਲੋ ਦੇ ਚਲੇ ਜਾਓ, ਉਧਰ ਸੰਤੋਖਸਰ ਚਲੇ ਜਾਓ, ਦਰਬਾਰ ਸਾਹਿਬ ਚਲ ਜਾਓ, ਸੁਖਮਣੀ ਦੇ ਗੁਟਕੇ ਲੈ ਲੈ ਨਿਤਨੇਮ ਕਰਨਗੀਆਂ, ਜਾਂ ਪ੍ਰਕਰਮਾਂ ਵਿੱਚ ਥਾਂ ਥਾਂ ਛਬੀਲਾਂ ਲਾਈਆਂ ਹੋਣੀਆਂ, ਭਾਂਡੇ ਮਾਂਜਣੀਆਂ, ਜਲ ਦੀ ਸੇਵਾ ਕਰਨਗੀਆਂ, ਜਾਂ ਲੰਗਰ ਵਿੱਚ। ਭਾਵ ਮਾਈਆਂ ਨੂੰ ਵਰਦਾਨ ਹੈ। ਕੋਈ ਘੁੰਗਣੀਆਂ ਵਰਤਾ ਰਹੀ ਹੈ, ਕੋਈ ਜਲ ਛਕਾ ਰਹੀ ਹੈ, ਬਹੁਤ ਵੱਡੀ ਕਿਰਪਾ। ਸੋ ਇੱਥੋਂ ਫਿਰ ਮਹਾਰਾਜ ਬੱਲੇ ਬੇਰ ਕੇ ਚਲਾ ਗਿਆ। ਜਦੋਂ ਇਲਾਕੇ ਦੇ ਗੁਰਸਿੱਖਾਂ ਨੂੰ ਪਤਾ ਲੱਗਿਆ ਵੀ ਮਾਈਆਂ ਨੇ ਤਾਂ ਵਰ ਲੈ ਲਿਆ, ਅਸੀਂ ਪਿੱਛੇ ਰਹਿ ਗਏ, ਸਾਰੇ ਫਿਰ ਅੰਮ੍ਰਿਤਸਰ ਦੀ ਗੁਰਸਿੱਖ ਸਾਧ ਸੰਗਤ ਇਲਾਕੇ ਦੀ ਬੱਲੇ ਬੇਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਗਏ ਕਿ ਮਹਾਰਾਜ ਆਪਣਾ ਬਚਨ ਵਾਪਸ ਲਓ, ਕਿਤੇ ਸਾਰਾ ਜ਼ਿਲ੍ਹਾ ਨਾ ਸਰਾਪਿਆ ਜਾਏ। ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਬਚਨ ਅੰਮ੍ਰਿਤਸਰ ਨੂੰ ਨਹੀਂ ਦਿੱਤਾ, ਇਹਦਾ ਮਸੰਦਾਂ ਨੂੰ ਕਿਹਾ। ਸੋ ਫਿਰ ਵੀ ਜੇ ਤੁਸੀਂ ਬਖਸ਼ੀਸ਼ ਚਾਹੁੰਦੇ ਹੋ, ਆਪਣੇ 12-14 ਤਰਨਤਾਰਨ ਸਾਹਿਬ ਸਰੋਵਰ ਇਸ਼ਨਾਨ ਕਰਿਆ ਕਰੋ ਅਤੇ 12 ਮੱਸਿਆ ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ ਕਰਿਆ ਕਰੋ। ਅੰਮ੍ਰਿਤਸਰ ਜ਼ਿਲ੍ਹੇ ਦਾ ਮੇਰਾ ਖਿਆਲ ਨਹੀਂ ਵੀ ਕੋਈ ਮਾਈ ਭਾਈ ਐਸਾ ਹੋਵੇਗਾ ਜਿਹੜਾ ਤਰਨਤਾਰਨ ਔਰ ਅੰਮ੍ਰਿਤਸਰ ਦੀ ਮੱਸਿਆ ਦੇ ਇਸ਼ਨਾਨ ਤੋਂ ਵਾਂਝਾ ਰਹਿ ਜਾਂਦਾ ਹੋਵੇਗਾ। ਕੋਈ ਖੀਰਾਂ ਦੀਆਂ ਬਾਲਟੀਆਂ ਲਈ ਆਉਂਦਾ, ਕੋਈ ਕੜਾਹ ਪ੍ਰਸ਼ਾਦੀਆਂ ਦੇਗਾਂ ਲਈ ਆਉਂਦਾ। ਇੰਨੀ ਨਾ ਲੋਕਾਂ ਵਿੱਚ ਸ਼ਰਧਾ, ਮਤਲਬ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਸਤਿਗੁਰਾਂ ਦੇ ਬਚਨ ਤੇ ਫੁੱਲ ਚੜਾਉਣ ਲਈ ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਦੀ ਸੰਗਤ ਤਰਨਤਾਰਨ ਸਾਹਿਬ ਦੀ 14 ਤੇ ਅੰਮ੍ਰਿਤਸਰ ਸਾਹਿਬ ਦੀ ਮੱਸਿਆ ਦਾ ਇਸ਼ਨਾਨ ਕਰਨ ਲਈ ਆਉਂਦੀ ਹੈ। ਰਹੋ ਵਿਚਾਰ। ਸੋ ਸਤਿਗੁਰੂ ਜੀ ਇੱਥੋਂ ਮੁੜ ਕਰਕੇ ਜਦੋਂ ਵਾਪਸ ਆਏ, ਬਿਆਸ ਦਰਿਆ ਦੇ ਕਿਨਾਰੇ ਤੇ ਆਏ ਤੇ 2 ਪਾਲਕੀਆਂ ਸਨ। ਇੱਕ ਤਾਂ ਮਾਤਾ ਜੀ ਦੀ, ਇੱਕ ਪਾਲਕੀ ਹੋਰ। ਸਤਿਗੁਰੂ ਜੀ ਆਪ ਘੋੜੇ ਤੇ ਸਨ। ਜਿਹੜੇ ਮਹਾਰਾਜ ਨੇ ਵੇਖਿਆ, ਮੱਖਣ ਸ਼ਾਹ ਜੀ ਨੂੰ ਪੁੱਛਿਆ ਕਿ ਮੱਖਣ ਸ਼ਾਹ ਇੱਕ ਪਾਲਕੀ ਵਿੱਚ ਤਾਂ ਮਾਤਾ ਜੀ ਹਨ, ਦੂਈ ਪਾਲਕੀ ਕਿਹੜੀ ਹੈ ਜਿਹੜੀ ਅੱਗੇ ਹੈ? ਕਹਿਣ ਲੱਗੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਸਵਾਰਾ। ਪੁਰਾਣੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਪਿਆਰ ਬਹੁਤ ਜ਼ਿਆਦਾ ਕਰਦੇ ਸਨ।
ਅੱਜ ਵੀ ਗੁਰਸਿੱਖ ਬੇਅੰਤ ਕਰਦੇ ਹਨ, ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਹੈ, ਔਰ ਕਰਨਾ ਚਾਹੀਦਾ ਹੈ, ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ। ਕਹਿਣ ਲੱਗੇ ਮਹਾਰਾਜ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਹੈ। ਕਹਿਣ ਲੱਗੇ ਤਾਂ ਧੀਰਮਾਲ ਦੇ ਕੋਲ ਸਨ ਤੈਂ ਮੋੜੇ ਨਹੀਂ। ਕਹਿਣ ਲੱਗੇ ਮਹਾਰਾਜ ਮੈਂ ਇਹ ਤਾਂ ਜਿੰਦ ਜਾਨ ਨੂੰ ਵੀ ਮੈਨੂੰ ਪਿਆਰੇ ਹਨ, ਮੈਂ ਕਿਵੇਂ ਮੋੜ ਸਕਦਾ, ਉਸ ਮਸੰਦ ਨੂੰ ਦੇ ਸਕਦਾ ਜਿਨ ਆਪ ਜੀ ਤੇ ਗੋਲੀਆਂ ਚਲਾਈਆਂ। ਸਤਿਗੁਰੂ ਜੀ ਕਹਿਣ ਜੋ ਰੋਈ ਜਾਂਦਾ ਕਿ ਮੇਰੀ ਰੋਟੀ ਖਤਮ ਹੋ ਗਈ, ਉਹਨੂੰ ਦੇ ਦਿਓ ਮਹਾਰਾਜ ਦਾ ਸਰੂਪ, ਸਾਨੂੰ ਮਹਾਰਾਜ ਆਪੇ ਕਿਰਪਾ ਕਰੀ ਜਾਣਗੇ। ਮੱਖਣ ਸ਼ਾਹ ਦਾ ਮਨ ਤਾਂ ਨਾ ਮੰਨੇ, ਪਰ ਹੁਕਮ ਮੰਨਣਾ ਪਿਆ। ਮਹਾਰਾਜ ਦਾ ਸਰੂਪ ਸੁੰਦਰ ਢੰਗ ਨਾਲ ਰਮਾਲਿਆਂ ਵਿੱਚ ਸੁਖ ਆਸਣ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਬਿਆਸ ਦਰਿਆ ਦੇ ਅਮਾਨਤ ਰੂਪ ਵਿੱਚ ਰੱਖ ਦਿਓ। ਭੇਟਾ ਦੇਖੋ ਗੁਰਸਿੱਖ ਦੀ ਸ਼ਰਧਾ ਹੁਣ ਸਤ ਬਚਨ ਕਹਿ ਕੇ ਮਹਾਰਾਜ ਦਾ ਸਰੂਪ ਬਿਆਸ ਦਰਿਆ ਦੇ ਪ੍ਰਵਾਹ ਵਿੱਚ ਭੇਟ ਕਰ ਦਿੱਤਾ, ਅਮਾਨਤ ਰੱਖ ਦਿੱਤਾ। ਕਿਉਂਕਿ ਸਤਿਗੁਰੂ ਦੇ ਹੁਕਮ 'ਚ ਹੀ ਆਕਾਸ਼, ਬਾਜੂ, ਅਗਨੀ, ਜਲ ਔਰ ਧਰਤੀ ਹਨ। ਇਹ ਪੰਜਾਂ ਤੱਤਾਂ ਨੂੰ ਪੈਦਾ ਕਰਨ ਵਾਲਾ ਤਾਂ ਵਾਹਿਗੁਰੂ ਹੈ ਨਾ, ਉਹਦੇ ਹੁਕਮ ਵਿੱਚ ਹਨ, ਉਹਦੇ ਕਰਿੰਦੇ ਹਨ। ਜਿਹਦਾ ਕਰਿੰਦਾ ਹੈ ਉਹ ਉਹਦੀ ਅਮਾਨਤ ਵਿੱਚ ਖਿਆਨਤ ਨਹੀਂ ਕਰਦਾ। ਔਰ ਧੀਰਮਲ ਨੂੰ ਸੁਨੇਹਾ ਭੇਜਿਆ ਕਿ ਅਸੀਂ ਦਰਿਆ ਵਿੱਚ ਸਤਿਗੁਰਾਂ ਦਾ ਸਰੂਪ ਰੱਖਿਆ ਹੈ, ਉਹ ਆ ਕਰਕੇ ਉੱਥੇ ਸਤਿਗੁਰਾਂ ਦਾ ਸਰੂਪ ਲੈ ਲਵੇ, ਕੜਾਹ ਪ੍ਰਸ਼ਾਦੀ ਦੇ ਕਰਕੇ ਅਰਦਾਸ ਕਰਾਵੇ। ਧੀਰਮਲ ਬੜਾ ਝੂਰਦਾ ਸੀ, ਕੜਾਹ ਪ੍ਰਸ਼ਾਦੀ ਦੇ ਕਰਾਈ। ਮਸੰਦ ਕਹਿੰਦੇ ਗੁਰੂ ਜੀ ਕੋਈ ਅਕਲ ਦੀ ਗੱਲ ਕਰੋ, ਇਹ ਕਾਗਜ਼ਾਂ ਦਾ ਗ੍ਰੰਥ ਪਾਣੀ ਵਿੱਚ ਕਿਵੇਂ ਰਹਿ ਸਕਦਾ? ਰੁੜਿਆ ਨਾ ਹੋਵੇਗਾ, ਗਲਿਆ ਨਾ ਹੋਵੇਗਾ। ਤੁਸੀਂ ਨਿਆਣੇ ਵਾਲੀਆਂ ਗੱਲਾਂ ਕਰਦੇ ਤਾਂ ਸਾਨੂੰ ਉਹ ਟਿਚਰਾਂ ਕਰਦੇ ਹੋ। ਪਰ ਧੀਰਮਲ ਗੁਰੂ ਗ੍ਰੰਥ ਸਾਹਿਬ ਚਾਹੇ ਵੀ ਮੈਨੂੰ ਮਿਲ ਜਾਏ ਕਿ ਇਹਦੇ ਆਸਰੇ ਮੈਨੂੰ ਮਾਇਆ ਆਵੇਗੀ। ਸੋ ਸਾਧ ਸੰਗਤ ਜੀ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਚਲ ਗਿਆ। 8 ਪਾਤਸ਼ਾਹੀਆਂ ਦਾ ਨਾਂ ਲੈ ਕੇ ਅਰਦਾਸ ਕਰਵਾਵੇ, ਸਰੂਪ ਨਾ ਮਿਲਿਆ। ਯਤਨ ਕਰਦਾ ਰਿਹਾ ਪਰ ਗੱਲ ਬਣੀ ਨਾ। ਅਖੀਰ ਸੁਪਨੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਦਰਸ਼ਨ ਦਿੱਤੇ ਕਿ 9 ਗੁਰੂਆਂ ਦਾ ਧਿਆਨ ਕਰਕੇ ਅਰਦਾਸ ਕਰ ਤਾਂ ਸਰੂਪ ਮਿਲਣਗੇ, ਤੂੰ ਅਰਦਾਸਾ ਪੂਰਾ ਨਹੀਂ ਕਰਦਾ। ਤੇ 9ਵਾਂ ਗੁਰੂ ਆਪ ਬਣਦਾ ਸੀ ਧੀਰਮਲ, ਹੈ ਨਹੀਂ ਸੀ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਨਾਮ ਲੈ ਕੇ ਦੇਖ ਕਰਕੇ ਅਰਦਾਸ ਕੀਤੀ ਤੇ ਸਾਧ ਸੰਗਤ ਐਉਂ ਛਾਲੀ ਆਈ ਤੇ ਮਹਾਰਾਜ ਦਾ ਸਰੂਪ ਬਾਹਰ ਆ ਗਿਆ। ਧੀਰਮਲ ਬੜਾ ਖੁਸ਼ ਹੋਇਆ, ਗੱਜ ਕੇ ਬੋਲੋ ਸਤਿਨਾਮ। ਛੇਤੀ ਨਾਲ ਉੱਤੋਂ ਰਮਾਲ ਜਿਹੜੇ ਲਹਾਏ, ਥੋੜੇ ਜਿਹੇ ਹਾਸ਼ੀਏ ਨੂੰ ਸਲਾਬ ਪਹੁੰਚੀ ਸੀ। ਅੱਜ ਵੀ ਦਰਸ਼ਨ ਕੀਤੇ ਆ, ਥੋੜੀ ਜਿਹੀ ਸਲਾਬ ਪ੍ਰਤੀਤ ਹੁੰਦੀ ਹੈ। ਹੁਣ ਤਾਂ ਸਤਿਗੁਰਾਂ ਦੇ ਜੋ ਪੱਤਰੇ ਹਨ ਨਾ, ਇਹਨਾਂ ਦੇ ਮੋਮੀ ਕਾਗਜ਼ ਚੜਾ ਦਿੱਤੇ ਗਏ ਹਨ। ਭਾਵ ਬਹੁਤਾ ਪੁਰਾਣਾ ਸਰੂਪ ਹੈ ਕਿ ਹੱਥ ਲਾਉਣ ਨਾਲ ਪੱਤਰੇ ਜਿਹੜੇ ਖਾਸਤਾ ਹੋ ਕਰਕੇ ਭੁਰ ਨਾ ਜਾਣ, ਸੰਭਾਲ ਵਾਸਤੇ ਇਸ ਤਰ੍ਹਾਂ ਕੀਤਾ ਗਿਆ ਹੈ। ਇਹ ਫਿਰ ਬੀੜ ਕਰਤਾਰਪੁਰ ਸਾਹਿਬ ਧੀਰਮਲ ਦੇ ਪਾਸ ਹੀ ਉਦੋਂ ਦੀ ਚੱਲੀ ਆ ਰਹੀ ਹੈ। ਸੋ ਰਾਹ ਵਿਚਾਰ ਇਤਿਹਾਸ ਬੜਾ ਲੰਬਾ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵਿਚਰਦੇ ਕੀਰਤਪੁਰ ਸਾਹਿਬ ਆਏ। ਇੱਥੇ ਸਤਿਗੁਰਾਂ ਦੇ ਭਰਾ ਸੂਰਜਮਲ ਦੀ ਔਲਾਦ ਵਿੱਚੋਂ ਸੋਢੀ ਸ਼ਿਆਮ ਰਾਏ ਤੇ ਗੁਲਾਬ ਰਾਏ ਸਨ। ਉਹਨੀ ਜਿਹੜੇ ਗੁਰੂ ਤੇਗ ਬਹਾਦਰ ਦੀ ਮਹਾਨਤਾ ਨੂੰ ਜਾਣਿਆ, ਉਹ ਵੀ ਈਰਖਾ ਕਰਨ ਲੱਗ ਪਏ ਕਿ ਜੇ ਇਹ ਇੱਥੇ ਰਹੇ ਤੇ ਸਾਰਿਆਂ ਨੇ ਇਹਨਾਂ ਨੂੰ ਮੰਨਣਾ। ਇੱਕ ਤਾਂ ਸਾਡੇ ਬਜ਼ੁਰਗ ਹਨ, ਦੂਜਾ ਇਹਨਾਂ ਦਾ ਤੇਜ ਪ੍ਰਤਾਪ ਬਹੁਤ ਹੈ, ਤੇ ਤੀਸਰਾ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸਤਿਗੁਰੂ ਜੀ ਦੇ ਨਾਲ ਰਹਿੰਦੇ ਹਨ। ਬੜੀ ਈਰਖਾ ਕਰਨ ਲੱਗਾ। ਸੱਚੇ ਪਾਤਸ਼ਾਹ ਨੇ ਕਿਹਾ ਕਿ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ। ਫਿਰ ਸਤਿਗੁਰੂ ਜੀ ਨੇ ਫੈਸਲਾ ਕੀਤਾ ਜਦ ਤੱਕ ਆਪਣਾ ਘਰ ਨਾ ਹੋਵੇ ਇਹ ਈਰਖਾ ਚੱਲਦੀ ਰਹਿੰਦੀ ਹੈ। ਸਤਿਗੁਰੂ ਜੀ ਨੇ ਫਿਰ ਤਾਰਾ ਆਜਮ ਜਿਹੜਾ 52 ਰਾਜਿਆਂ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਬੰਦੀ ਛੋੜ ਦਾਤਾ ਨੇ ਆਪਣਾ ਪੱਲਾ ਫੜਾ ਕੇ ਕਢਾਇਆ ਸੀ ਨਾ, ਇਹ ਕਹਿਲੂਰ ਦੀ ਦੂਣ ਦੀ ਰਿਆਸਤ ਦਾ ਰਾਜਾ ਸੀ। ਤਾਰਾ ਆਜਮ ਦੀ ਬੇਨਤੀ ਤੋਂ ਕੀਰਤਪੁਰ ਸ਼ਹਿਰ ਬਾਬਾ ਗੁਰਦਿੱਤਾ ਜੀ ਨੂੰ ਆਗਿਆ ਕਰਕੇ 6ਵੇਂ ਪਾਤਸ਼ਾਹ ਨੇ ਵਸਾਇਆ ਸੀ। ਤਾਰਾ ਆਜਮ ਦਾ ਪੁੱਤਰ ਸੀ ਦੀਪਚੰਦ, ਦੀਪਚੰਦ ਦਾ ਪੁੱਤਰ ਸੀ ਭੀਮਚੰਦ, ਭੀਮਚੰਦ ਦਾ ਪੁੱਤਰ ਸੀ ਅਜਮੇਰ ਚੰਦ। ਭੀਮਚੰਦ ਤੋਂ ਮਹਾਰਾਜ ਜੀ ਨੇ 9 ਲੱਖ ਦੀ ਜਗੀਰ ਦਾ ਪਟਾ ਆਪਣੇ ਇਹ ਜਿਹੜੀ ਆਨੰਦਪੁਰ ਵਾਲੀ ਦੂਣ ਸੀ, ਕੀਰਤਪੁਰ ਤੋਂ ਲੈ ਕੇ ਜਿੱਥੇ ਗੰਗੂਵਾਲ ਪਾਵਰ ਹਾਊਸ ਹੈ ਨਾ ਬਿਜਲੀ ਦਾ, ਇੱਥੇ ਤੱਕ ਸਾਰੀ ਜ਼ਮੀਨ ਮੁੱਲ ਖਰੀਦੀ। ਖਰੀਦ ਕਰਕੇ
माता नानकी दे नाम ते मोड़ी गड्डी और अपनी माता दे नाम दे उत्ते शहर बसाया। इहदा नाम रखिया नानकी चक। 10वें पातशाह ने इहदा नाम जिले खालसा साजिया फिर आनंदपुर साहब कर दिता है। कागजां विच इहदा पहला नाम गुरु तेग बहादुर साहब जी ने जो रखिया सी अपनी माता दे नाम ते, इहदा नाम नानकी चक है। गज के बोलो सतनाम। जिमें डेरा बाबा नानक का नाम बाबा श्री चंद ने नानक चक रखिया सी, बाद में डेरा बाबा नानक बनिया। और अमृतसर साहब का पहला नाम गुरु का चक है। अमृतसर, रामसर, फिर जदों अमृत का कुंड पैदा हो गया फिर अमृतसर बन गया सिफती का घर। इस तरह ये पुरातन नाम शहरों के हैं, सारे गुरुओं ने ही शहर बसाए हैं। सो साध संगत जी ये तो है रखड़ पुनिया दे त्योहार का इतिहास। बाजां वाले पातशाह के इतिहास तो बचन सुनो कि इंसानी जामे नूं भैणां ज़्यादा मान क्यों दिंदियां हन। सतगुरु जी ने एक दिन बचन किया कि कोई ऐसी भैण बीबी माता है जिसने अज तक किसी मर्द का मूँह नहीं फटकारिया। सनाटा छा गया कि कोई बीबी है जिहड़ी मर्द दे मोहरे नहीं बोली, मूँह नहीं फटकारिया। इन्ने नूं एक माता अपनिया 6 लड़कियां दे समेत उठ के खलो गई। गल च पल्ला पा के इन्होंने बेनती की कि महाराज असी मूँह नहीं फटकारिया। कहन लगे किवें? कहन लगे जिहड़े मेरे पति परमेश्वर सन वो आप जी की गद्दी के सेवादार सन, बादशाह दे कोई सरकारी मुलाजम सन, मुसलमानी राज विच करीतियां भी बड़ियां सन, कुछ खूबियां भी सन। वो कोई बंदा सर्विस के उत्ते मर जाए, जे उहदा बड़ा पुत होवे जां दूए पुत होण, ओह सर्विस उहदे पुत्रां नूं मिलेगी। जे माता दे उदर विच बच्चा होवे, जदों तक बच्चा जन्म ना लवे उदों तक अड़ीक करनी, जे मानस रूप विच जम्मे वो नौकरी का हकदार वो बच्चा होवेगा। ये विशेषता सी मुसलमानी राज विच एक बड़ी भारी। हुण एक बच्चा माता दे उदर विच सी, 6 लड़कियां मौजूद सन। ये कहंदियां हन कि असीं रोंदियां सां कि अज एक मानस दे गुजर जाण नाल असीं 6 ਦੀਆਂ 6 निकम्मियां हन। असीं अरदास करदियां सी, हे गुरु गोबिंद सिंह साहब जी महाराज किरपा करके सानू मानस दे दिओ। जे मानस बच्चा जम्मेगा पुत्र निशान ते साडी 6 दी इज्जत बहाल हो जाएगी। ते जे लड़की जम पई वो नौकरी सातों खुस जानी है, पता नहीं सानू रजीना मिलेगा कि नहीं, किवें ठेडे खावांगियां। आप जी के दरबार च अरदास कीती ते सतगुरु जी ने किरपा करके सानू मानस रूप बालक दिता है, भाव बच्चे ने जन्म लिया। उहदे जन्म तो जदों बादशाह नूं ये रिपोर्ट मिली, बादशाह ने वो नौकरी उदों तो ही प्रारंभ करती, तनख्वाह मिलण लग गई। जदों दी ये गल मैं वेखी है कि मानस जन्म की इड्डी वड्डी वडियाई है, असीं कदे भी मर्द का मूँह नहीं फटकारिया। इस करके जिहड़ियां साडीआं भैणां सन भरा दे गुट नूं रखड़ी बन्निया करदियां सन कि मर्द जड़ा है ये साध संगत जी मैन मेक्स द इमेज ऑफ गॉड। अंजील विच लिखिया बंदा खुदा दी प्रतिमा पर बनाया गया है। जिहड़ी इस्तरी है ये लक्ष्मी के स्वरूप से बनाई गई है, जिहड़ा बंदा है ये खुदा दी प्रतिमा उपर घड़िया गया है। तां ही महाराज ने कहना मानस की जात सभे एक ही पहचान, वो एक रब का रूप जानना है। पर जे बंदा बंदगी गए तो वाकई ही रब का स्वरूप है, तो जे बंदगी वाला पक्ष छड़ के करीतियां करे तो फिर साध संगत जी अपने आप ही थले डिगदा है। सतगुरु जी ने खालसे नूं अपना रूप कदों कहा? जदों खंडे बाटे का अमृत छक के त्यार पर त्यार गुरसिख बन के पूरा मनुष्य बनया। फिर सतगुरु जी ने उस मनुष्य नूं कहा खालसा मेरो रूप है खास, खालसे मैं हों करूं नवास। जब खालसा रहे न्यारा तब लग तेज दिया मैं सारा, जब जे गह विप्रन की रीत तब मैं ना करूं इनकी प्रतीत। इस करके प्यारे खालसा जी गुरु गोबिंद सिंह ने सानू पूर्ण इंसान बनाया। पहला ब्राह्मण जड़ा उहदे 6 कर्म हुंदे सन, वेद पढ़ने पढ़ाने, दान देना लैना, जग करना कराउणा। खत्तरी दे 4 कर्म हुंदे सन, वेद पढ़ने, देश की राखी करनी और साथ जग करना अते दान करना। वैश्य दे 3 कर्म सन,
ਗਊਆਂ ਦਾ ਪਾਲਣ ਕਰਨਾ, ਖੇਤੀ ਕਰਨੀ, ਦਾਨ ਦੇਣਾ। ਸ਼ੂਦਰ ਦਾ ਕਰਮ ਸੀ ਤਿੰਨਾਂ ਵਰਨਾਂ ਦੀ ਸੇਵਾ ਕਰਨੀ। ਮਹਾਰਾਜ ਨੇ ਕਿਹਾ ਇਹ ਇੱਕ ਦੂਏ ਵੱਲ ਝਾਕੀ ਜਾਂਦੇ ਹਨ, ਚਾਰੇ ਵਰਨਾਂ ਦੀ ਰੀਤੀ ਇੱਕ ਗੁਰਸਿੱਖ ਵਿੱਚ ਰੱਖ ਦਿੱਤੀ। ਜਦੋਂ ਮੇਰਾ ਗੁਰਸਿੱਖ ਇਹ 6 ਕਰਮ ਕਰੇਗਾ ਬ੍ਰਾਹਮਣ ਵਾਲੇ, ਉਹ ਬ੍ਰਾਹਮਣ ਹੋਵੇਗਾ। ਜਦੋਂ ਖੱਤਰੀਆਂ ਵਾਲੇ ਚਾਰੇ ਕਰਮ ਕਰੇਗਾ, ਖੱਤਰੀ ਹੋਵੇਗਾ। ਜਦੋਂ ਬੈਛਾਂ ਵਾਲੇ ਚਾਰੇ ਕਰਮ ਕਰੇਗਾ, ਉਹ ਬੈਛ ਹੋਵੇਗਾ। ਜਦੋਂ ਸਾਰਿਆਂ ਦੀ ਸੇਵਾ ਕਰੇਗਾ, ਉਹ ਸ਼ੂਦਰ ਹੋਵੇਗਾ। ਸ਼ੂਦਰ ਸ਼ਬਦ ਸੰਸਕ੍ਰਿਤ ਵਿੱਚ ਨਫ਼ਰਤ ਵਾਲਾ ਨਹੀਂ। ਸ਼ੂਦਰ ਦਾ ਆਖਰੀ ਅਰਥ ਹੈ ਛੂ ਅਦਰ, ਵਿਸ਼ੇਸ਼ ਕਰਕੇ ਆਦਰ ਕਰਨੇ ਯੋਗ। ਸ਼ੂਦਰ ਦਾ ਆਖਰੀ ਅਰਥ ਹੈ ਸੇਵਾਦਾਰ। ਕਿਸੇ ਸਮੇਂ ਤੋਂ ਬਾਅਦ ਇਸ ਸ਼ਬਦ ਨਾਲ ਲੋਕ ਨਫ਼ਰਤ ਕਰਨ ਲੱਗ ਗਏ। ਫਿਰ 4 ਆਸ਼ਰਮ ਸਨ, ਬ੍ਰਹਮਚਾਰੀ, ਆਪਣੇ ਗ੍ਰਸਤੀ, ਬਾਣਪ੍ਰਸਤੀ ਦੇ ਸੰਨਿਆਸੀ। ਮਹਾਰਾਜ ਨੇ ਕਿਹਾ ਜਦੋਂ ਮੇਰਾ ਗੁਰਸਿੱਖ ਬ੍ਰਹਮਚਾਰੀ, ਉਹ ਬ੍ਰਹਮਚਾਰੀ ਹੈ। ਜਦੋਂ ਗ੍ਰਸਤੀ ਜੀਵਨ 'ਚ ਗ੍ਰਸਤੀ ਹੋਵੇਗਾ, ਜਦੋਂ ਬਾਣਪ੍ਰਸਤੀ ਉਹ ਤਿਆਗੀ ਹੋਵੇਗਾ, ਜਦੋਂ ਬਿਲਕੁਲ ਹੀ ਬ੍ਰਹਮ ਗਿਆਨੀ ਫਿਰ ਸੰਨਿਆਸੀ ਹੋਵੇਗਾ। ਚਾਰੇ ਆਸ਼ਰਮ, ਚਾਰੇ ਵਰਣ ਇੱਕ ਗੁਰਸਿੱਖ ਵਿੱਚ ਰੱਖ ਕੇ ਗੁਰਸਿੱਖ ਨੂੰ ਪੂਰਾ ਇਨਸਾਨ ਬਣਾ ਦਿੱਤਾ। ਉਹ ਜਿਹੜੇ ਇੱਕ ਇੱਕ ਗੁਣ ਨੂੰ ਧਾਰਦੇ ਸਨ, ਉਹ ਅਧੂਰੇ ਸਨ। ਦੂਏ ਤੋਂ ਦੂਈ ਚੀਜ਼ ਲੈਣ ਲਈ ਦੂਏ ਦੇ ਹੱਥਾਂ ਵੱਲ ਵੇਖਣਾ ਪੈਂਦਾ ਸੀ। ਹੁਣ ਜੱਟ ਜਿਹੜਾ ਸੀ ਇਹ ਅੰਨਦਾਤਾ ਸੀ। ਬਾਹਮਣ ਨੂੰ ਵੀ ਜੱਟਾਂ ਦੇ ਹੱਥਾਂ ਵੱਲ ਵੇਖਣਾ ਪੈਂਦਾ ਸੀ, ਖੱਤਰੀਆਂ ਨੂੰ ਵੀ, ਬੈਛਾਂ ਨੂੰ ਵੀ। ਸਤਿਗੁਰੂ ਜੀ ਨੇ ਕਿਹਾ ਮੇਰਾ ਜਿਹੜਾ ਗੁਰਸਿੱਖ ਹੈ ਉਹਦੇ ਵਿੱਚ ਸਾਰੇ ਗੁਣ ਹੋਣੇ ਚਾਹੀਦੇ ਆ। ਮੁਕੰਮਲ ਇਨਸਾਨ ਬਣਾਤਾ ਸੱਚੇ ਪਾਤਸ਼ਾਹ ਜੀ ਨੇ। ਇਹ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਦੀ ਦੇਣ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੈ। ਇੱਕ ਪੁੱਤਰ ਪੈਦਾ ਕੀਤਾ, ਵੈ ਪ੍ਰਗਟਿਓ ਮਰਦਾ ਗੰਬੜਾ, ਬਰਿਆਮ ਅਕੇਲਾ, ਬਾਹੋ ਬਾਹੋ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼, ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੈ ਕਿ ਅੱਜ ਹਿੰਦੁਸਤਾਨ ਆਜ਼ਾਦ ਹੈ। ਹਿੰਦੁਸਤਾਨ ਆਪੋ ਆਪਣੇ ਧਰਮ ਵਿੱਚ ਪ੍ਰਫੁੱਲਤ ਹੋ ਰਿਹਾ, ਪਰ ਆਪਾਂ ਅਕਿਰਤ ਕਣ ਬਣਦੇ ਜਾ ਰਹੇ ਹਾਂ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕਿਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀਨਾ ਉਚਰੀ, ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰੜ ਨਾ ਦਿਆ, ਨਾਰਗ ਚੇੜ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਲੀਦਾਨ ਦੇਣ ਨਾਲ ਸਾਰੇ ਹਿੰਦੁਸਤਾਨ ਭਾਰਤ ਦਾ ਧਰਮ ਬਚਿਆ। ਔਰ ਇੱਕ ਦੁਨੀਆ ਦੇ ਮਹਾਂਪੁਰਖ ਹੋਇਆ ਜਿਹਦਾ 2 ਜਗ੍ਹਾ ਸੰਸਕਾਰ ਹੋਇਆ। ਸੀਸ ਦਾ ਸੰਸਕਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਚ ਹੋਇਆ, ਖਾਲਸੇ ਦੀ ਜਨਮ ਭੂਮੀ 'ਚ। ਔਰ ਧੜ ਦਾ ਸੰਸਕਾਰ ਦਿੱਲੀ ਰਕਾਬਗੰਜ ਹੋਇਆ। ਰਕਾਬਗੰਜ ਗੁਰਦੁਆਰਾ ਹਰਨਾਮ ਸਿੰਘ ਸੂਰੀ ਟਾਇਰਾਂ ਵਾਲੇ ਕੱਲੇ ਬਣਾ ਰਹੇ ਹਨ। ਸੰਗਤ ਨੇ ਕਿਹਾ ਮਹਾਰਾਜ ਸਾਨੂੰ ਵੀ ਸੇਵਾ ਬਖਸ਼ੋ। ਕਹਿੰਦੇ ਆ ਜਿੰਨੀ ਮਾਇਆ ਸਾਰੀ ਹੈ ਗੁਰੂ ਦੀ, ਸਾਧ ਸੰਗਤ ਦੀ, ਮੇਰਾ ਕੀ ਹੈ। ਦੇਖੋ ਐਡੇ ਅਮੀਰ ਗੁਰਸਿੱਖ ਗੁਰੂ ਤੇਗ ਬਹਾਦਰ ਦੇ ਹਨ। ਕੱਲਾ ਹੀ ਭਾਈ ਹਰਨਾਮ ਸਿੰਘ ਰਕਾਬਗੰਜ ਗੁਰਦੁਆਰੇ ਸਾਹਿਬ ਦੀ ਸੇਵਾ ਕਰ ਰਿਹਾ ਹੈ। ਗੱਜ ਕੇ ਬੋਲੋ ਸਤਨਾਮ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਹੈ। ਉਹਨਾਂ ਦਾ ਲੜ ਸਾਨੂੰ ਘੁੱਟ ਕੇ ਪਿਆਰ ਨਾਲ ਫੜਨਾ ਚਾਹੀਦਾ ਔਰ ਸ਼ਰਧਾ ਰੱਖਣੀ ਚਾਹੀਦੀ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚਾ ਬਰਿਆਈਆਂ, ਗੁਰ ਸ਼ਬਦੀਏ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਐਸੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਿੱਖਾਂ ਦਾ ਜਿਹੜਾ ਦਿਲ ਆ ਉਹ ਤਾਂ ਦਿੱਲੀ ਹੈ, ਕਿਉਂਕਿ ਦਿਲ ਦਾ ਸੰਬੰਧ ਧੜ ਨਾਲ ਹੁੰਦਾ। ਸਿੱਖਾਂ ਦਾ ਦਿਮਾਗ ਹੈਗਾ ਆਨੰਦਪੁਰ। ਜੇ ਤਾਂ ਦਿਮਾਗ ਲੈਣਾ ਤੇ ਆਨੰਦਪੁਰ ਦਾ ਧਿਆਨ ਕਰਿਆ ਕਰੋ, ਜੇ ਦਿਲ ਲੈਣਾ ਤੇ ਦਿੱਲੀ ਦਾ ਧਿਆਨ ਕਰਿਆ ਕਰੋ। ਭਾਈ ਰਕਾਬਗੰਜ ਸਾਹਿਬ, ਸੀਸਗੰਜ ਸਾਹਿਬ ਦਾ ਗੱਜ ਕੇ ਬੋਲੋ ਸਤਨਾਮ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹੈ। ਸੋ ਅੱਜ ਵੀ ਆਪਾਂ ਪ੍ਰਤੱਗਿਆ ਕਰਨੀ ਹੈ ਕਿ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ, ਤਾਂ ਜੋ ਅਸੀਂ ਧਰਮ ਵਿੱਚ ਪਰਪੱਕ ਹੋ ਕਰਕੇ ਗੁਰੂ ਕੀ ਸੰਗਤ ਔਰ ਪੰਗਤ ਦੀ ਮਰਜ਼ਾਦਾ ਵਿੱਚ ਦ੍ਰਿੜ ਹੁੰਦਿਆਂ ਤੁਹਾਡੀ ਅਸ਼ੀਰਵਾਦ ਦੇ ਪਾਤਰ ਬਣ ਸਕੀਏ। ਇਹ ਸਾਧ ਸੰਗਤ ਰੱਖੜ ਪੁੰਨਿਆਂ ਦਾ ਜੋ ਤਿਉਹਾਰ ਹੈ ਉਹਦੀਆਂ ਵਿਚਾਰਾਂ ਹਨ। ਹੁਣ ਸੁਣੋ, ਸਰਦਾਰ ਬਘੇਲ ਸਿੰਘ ਸਾਹਿਬ ਜੀ ਜਿਸ ਵੇਲੇ ਮੁਸਲਮਾਨਾਂ ਦਾ ਜ਼ੋਰ ਸੀ, ਉਹਨਾਂ ਨੇ ਜਿੰਨੇ ਗੁਰੂ ਦੇ ਨਿਸ਼ਾਨ ਸਨ ਇਹਨਾਂ ਨੂੰ ਖਤਮ ਕਰਕੇ ਇੱਥੇ ਮਸੀਤਾਂ ਬਣਾਤੀਆਂ। 21 ਗੁਰਦੁਆਰੇ ਸਨ ਇਤਿਹਾਸੀ ਦਿੱਲੀ ਦੇ ਅੰਦਰ। ਗੁਰੂ ਨਾਨਕ ਸਾਹਿਬ ਜੀ ਦੇ 6ਵੇਂ ਪਾਤਸ਼ਾਹ ਦੇ 10ਵੇਂ ਪਾਤਸ਼ਾਹ ਦੇ ਮਤਲਬ ਸਾਰੇ ਸਨ 21 ਬਣਦੇ ਸਨ। ਇਹਨਾਂ ਮੁਸਲਮਾਨਾਂ ਦਾ ਜ਼ੋਰ ਸੀ। ਇਹਨੇ ਕੀ ਕੀਤਾ, ਮਹਾਰਾਜ ਦੇ ਨਿਸ਼ਾਨ ਖਤਮ ਕਰਕੇ ਨਾ ਮਸੀਤਾਂ ਬਣਾਤੀਆਂ ਵੀ ਨਿਸ਼ਾਨ ਇਹਨਾਂ ਸਿੱਖਾਂ ਦਾ ਦਿੱਲੀ ਵਿੱਚ ਰਹਿ ਜਾਵੇ।
ਸਰਦਾਰ ਬਹਾਦਰ ਬਘੇਲ ਸਿੰਘ ਨੇ 21 ਵਾਰੀ ਦਿੱਲੀ ਤੇ ਹਮਲਾ ਕਰਕੇ ਦਿੱਲੀ ਨੂੰ ਜਿੱਤਿਆ। ਪਰ ਸਾਡੇ ਬੁੜੇ ਤਿਆਗੀ ਬੜੇ ਸਨ। ਜੇ ਕਿਤੇ ਥੋੜਾ ਜਿਹਾ ਹਾਲਾਤ ਲਈ ਸੋਚ ਲੈਂਦੇ ਨਾ ਤੇ ਫਿਰ ਕਲੇਸ਼ ਹੁੰਦੇ ਹੀ ਨਾ। ਤਿਆਗੀ ਬਹੁਤ ਹੁੰਦੇ ਸਨ। ਖੱਦਰ ਦੀਆਂ ਗਲਤੀਆਂ ਦੀ, ਆਪਣੇ ਖੱਦਰ ਦੀਆਂ ਚਾਦਰਾਂ ਦੀ ਗਲਤੀ ਲਾ ਲਾਣੀ, ਤਿਆਗੀ ਬਰਾਗੀ ਰਹਿਣਾ, ਭਜਨ ਬਹੁਤਾ ਕਰਨਾ। ਸਾਧ ਸੰਗਤ ਜੀਓ, ਜਦੋਂ 21ਵੀਂ ਵਾਰੀ ਹਮਲਾ ਕੀਤਾ, ਉਸ ਵੇਲੇ ਦਿੱਲੀ ਦਾ ਸਮਰਾਟ ਗੌਹਰ ਅਲੀ ਸੀ। ਇਹਦੀ ਬੇਗਮ ਦਾ ਨਾਮ ਸਮਰੋ ਬੇਗਮ ਸੀ। ਜਦੋਂ ਸਰਦਾਰ ਬਹਾਦਰ ਬਘੇਲ ਸਿੰਘ ਸਾਹਿਬ ਜੀ ਗਏ ਤੇ ਸਾਧ ਸੰਗਤ ਜੀ ਇਹਨਾਂ ਦਾ ਨਾਂ ਸੁਣ ਕੇ ਦਿੱਲੀ ਥਰ-ਥਰ ਕੰਬੇ। ਐਡੇ ਯੋਧੇ ਸਨ। ਗੌਰ ਅਲੀ ਨੇ ਕਿਹਾ ਵੀ ਮੈਂ ਲੜ ਤਾਂ ਸਕਦਾ ਨਹੀਂ ਨਾ, ਹੁਣ ਕਿਵੇਂ ਕਰਾਂ। ਇਹਦੇ ਘਰ ਵਾਲੀ ਕਹਿਣ ਲੱਗੀ ਨਾ, ਸਿੱਖਾਂ ਨੂੰ ਬਾਸ ਕਰਨਾ ਤਾਂ ਬੜਾ ਸੌਖਾ ਹੈ। ਕਹਿਣ ਲੱਗੇ ਕਿਵੇਂ? ਕਹਿੰਦੇ ਮੈਨੂੰ ਜੁਗਤੀ ਆਉਂਦੀ ਹੈ। ਸਮਰੋ ਬੇਗਮ ਸਰਦਾਰ ਬਹਾਦਰ ਬਘੇਲ ਸਿੰਘ ਸਾਹਿਬ ਜਿੱਧਰ ਆ ਰਹੇ ਸਨ, ਰੱਖੜੀ ਲੈ ਕੇ ਧਾਗਾ ਉਧਰ ਨੂੰ ਚੱਲ ਪਏ। ਸਰਦਾਰ ਬਹਾਦਰ ਬਘੇਲ ਸਿੰਘ ਸਾਹਿਬ ਨੇ ਵੇਖਿਆ ਇੱਕ ਬੀਬੀ ਸਾਹਮਣੇ ਆ ਰਹੀ ਹੈ, ਗਾਲ ਵਿੱਚ ਪੱਲਾ ਪਾਇਆ ਹੋਇਆ, ਹੱਥ ਵਿੱਚ ਇੱਕ ਗਾਨਾ ਫੜਿਆ ਹੋਇਆ। ਇਹਨੂੰ ਪੁੱਛੋ ਗੱਲ ਕੀ ਹੈ। ਕਹਿਣ ਲੱਗੇ ਉਸ ਬੀਬੀ ਨੂੰ ਬੁਲਾਓ। ਬੀਬੀ ਨੂੰ ਬੁਲਾਇਆ ਗਿਆ। ਕਹਿਣ ਲੱਗੇ ਕੀ ਚਾਹੁੰਦੀ ਆ, ਤੈਨੂੰ ਕੀ ਦੁੱਖ ਹੈ? ਉਹਨੂੰ ਪੱਲਾ ਅੜਤਾ ਮਾਰਾ, ਮੈਂ ਭੁੱਖੀ ਆ, ਕੀ ਚਾਹੁੰਦੀ ਆ ਦੱਸ। ਕਹਿੰਦੀ ਦਿੱਲੀ ਦਾ ਰਾਜ ਚਾਹੁੰਦੀ ਆ, ਤੂੰ ਦਿੱਲੀ ਨੂੰ ਫਤਿਹ ਕਰਨ ਵਾਸਤੇ ਆਇਆ ਅਤੇ ਮੈਂ ਤੈਨੂੰ ਆਪਣਾ ਭਰਾ ਬਣਾਉਣਾ ਚਾਹੁੰਦੀ ਆ। ਆਹ ਦੇਖ ਮੈਂ ਗਾਨਾ ਰੱਖੜੀ ਲੈ ਕੇ ਆਈ ਆ, ਇਹ ਤੇਰੇ ਗੁੱਟ ਨੂੰ ਬੰਨਣਾ ਚਾਹੁੰਦੀ ਆ। ਤੇ ਭਾਈ ਸਾਹਿਬ ਉਸੇ ਵੇਲੇ ਗੁੱਟ ਅੱਗੇ ਕਰ ਦਿੱਤਾ, ਗਾਨਾ ਬਣਾ ਲਿਆ। ਕਹਿੰਦੇ ਜਾ ਦਿੱਲੀ ਛੱਡੀ, ਪਰ ਇੱਕ ਗੱਲ ਹੈ, ਆਪਣੇ ਪਤੀ ਨੂੰ ਸਾਡੇ ਸਨਮੁਖ ਕਰ। ਗੌਰ ਅਲੀ ਨੂੰ ਸਾਹਮਣੇ ਲਿਆਂਦਾ ਗਿਆ। ਕੰਬੀ ਜਾ, ਕਹਿੰਦੇ ਡਰਨਾ ਕੁਝ ਨਹੀਂ, ਕਹਿੰਦੇ ਤੈਨੂੰ ਜੋ ਬਚਨ ਹੋਣਾ ਸੀ ਹੋ ਚੁੱਕਿਆ। ਦੇਖੋ ਅਗੰਬੜੇ ਮਰਦ ਇੱਕ ਗਾਨੇ ਨਾਲ ਵੱਜ ਜਾਂਦੇ ਸੀ, ਦਿੱਲੀ ਦਾ ਰਾਜ ਦੇ ਆਉਂਦੇ ਸਨ। ਐਡੇ ਤਿਆਗੀ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਸਮਾਂ ਖਾ ਕੇ ਫੇਰ ਮੁੱਕਰ ਜਾਂਦੇ ਹਾਂ। ਨਿਸ਼ਾਨ ਸਾਹਿਬ ਦੇ ਥੱਲੇ ਪਰਨ ਕਰਕੇ ਫਿਰ ਜਾਂਦੇ ਹਾਂ। ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹੋ ਜਿਹੜੇ ਐਡੇ ਯੋਧੇ ਸਨ। ਜਦੋਂ ਮਰਾਦਾਬਾਦ ਬਾਹਮਣ ਦੀ ਲੜਕੀ ਚੁੱਕੀ ਹੈ ਤੇ ਖਾਲਸੇ ਨੇ ਕਿਹਾ ਵੀ ਕਿਹੜਾ ਹੈ ਜਿਹੜਾ ਲੜਕੀ ਬਾਹਮਣ ਦੀ ਛਡਾ ਕੇ ਲਿਆਵੇਗਾ। ਖਾਲਸਾ ਵਿੱਚ ਜੰਗ ਹੋ ਗਿਆ ਕਿ ਇਹ ਸੇਵਾ ਮੈਂ ਕਰਨੀ ਆ। ਆਪਸ ਵਿੱਚ ਲੜਨ ਲੱਗ ਪਏ। ਦੇਖੋ ਧੀ ਭੈਣ ਦੀ ਇੱਜ਼ਤ ਦੇ ਐਡੇ ਭਾਈਵਾਲ ਸਨ। ਫੇਰ ਲੜਾਈ ਖਤਮ ਨਾ ਹੋਵੇ, ਕਹਿੰਦੇ ਅਰਦਾਸਾ ਕਰੋ ਜਿਹਦੀ ਕਿਰਪਾਨ ਆਪਣੇ ਆ ਮਿਆਨ ਤੋਂ ਬਾਹਰ ਆ ਜਾਏ, ਉਹ ਸਿੱਖ ਜਾ ਕੇ ਬ੍ਰਾਹਮਣ ਦੀ ਲੜਕੀ ਨੂੰ ਇੱਜ਼ਤ ਨਾਲ ਛਡਾ ਕੇ ਘਰ ਪਹੁੰਚਾਵੇਗਾ। ਸਰਦਾਰ ਬਹਾਦਰ ਬਘੇਲ ਸਿੰਘ ਦੀ ਤਲਵਾਰ ਆਪਣੇ ਆਪ ਬਾਹਰ ਆ ਗਈ। ਗੱਜ ਕੇ ਬੋਲੋ ਸਤਿਨਾਮ। ਫਿਰ ਸਰਦਾਰ ਬਹਾਦਰ ਬਘੇਲ ਸਿੰਘ ਦੀ ਡਿਊਟੀ ਖਾਲਸੇ ਪੰਥ ਨੇ ਲਾਈ, ਜਾਓ ਤੁਸੀਂ ਜਰਬਾਣਿਆਂ ਤੋਂ ਬ੍ਰਾਹਮਣ ਦੀ ਲੜਕੀ ਛਡਾ ਕੇ ਇੱਜ਼ਤ ਨਾਲ ਉਹਨਾਂ ਦੇ ਘਰ ਪਹੁੰਚਾਓ। ਐਸੇ ਯੋਧੇ ਸਨ ਮਹਾਂਪੁਰਖ ਜਿਨ੍ਹਾਂ ਦੀ ਸਮਾਧ ਹੁਸ਼ਿਆਰਪੁਰ ਜ਼ਿਲ੍ਹੇ ਹਰਿਆਣਾ, ਭੁੰਗਾ ਜਿਹੜਾ ਵੱਜਦਾ ਨਾ ਹਰਿਆਣੇ ਵਿੱਚ। ਅਸੀਂ ਦੁਆਬੇ ਵਾਲੇ ਦੇਖ ਲਓ ਕਿੱਡੇ ਅਮੀਰ ਬਣ ਗਏ ਆ। ਕਦੀ ਉਧਰ ਖਿਆਲ ਨਹੀਂ ਕੀਤਾ ਕਿ ਸਰਦਾਰ ਜੀ ਦਾ ਬਹੁਤ ਵੱਡਾ ਗੁਰਦੁਆਰਾ ਬਣਾ ਕੇ ਸੁੰਦਰ ਨਿਸ਼ਾਨ ਚਲਾਈਏ ਤੇ ਮਹਾਰਾਜ ਪ੍ਰਕਾਸ਼ ਕਰਕੇ ਲੰਗਰ ਚਲਾਈਏ। ਹੁਸ਼ਿਆਰਪੁਰ ਦੀ ਸੰਗਤ ਇੱਥੇ ਬਹੁਤ ਬੈਠੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਮੈਂ ਸ਼੍ਰੋਮਣੀ ਦੇ ਕਮੇਟੀ ਦੇ ਮੈਂਬਰਾਂ ਨਾਲ ਵੀ ਗੱਲ ਕੀਤੀ ਹੈ ਔਰ ਦਮਦਮਾ ਸਾਹਿਬ ਐਤਕੀ ਵਿਸਾਖੀ ਤੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਸਾਹਿਬ ਦੇ ਨਾਲ ਵੀ ਬਚਨ ਕੀਤੇ ਹੈ ਅਤੇ ਬਾਬਾ ਜਗਤਾਰ ਸਿੰਘ ਜਿਹੜੇ ਉਹਨਾਂ ਨਾਲ ਰਹਿੰਦੇ ਸਨ ਹੁਣ ਚਮਕੌਰ ਸਾਹਿਬ ਸੇਵਾ ਕਰਾਉਂਦੇ ਹਨ ਅਤੇ ਕੰਧ ਸਾਹਿਬ ਉਹਨਾਂ ਨਾਲ ਬੇਨਤੀ ਕੀਤੀ ਹੈ ਕਿ ਥੋੜੀ ਤਵੱਜੋ ਕਰੋ। ਜਿਹੜੇ ਸਿੰਘ ਨੇ ਦਿੱਲੀ ਨੂੰ 21 ਵਾਰੀ ਫਤਿਹ ਕੀਤਾ, ਅੱਜ ਤੱਕ ਅਸੀਂ ਉਹਦਾ ਨਿਸ਼ਾਨ ਵੀ ਸੁੰਦਰ ਨਹੀਂ ਚਲਾ ਸਕੇ ਤੇ ਅਸਥਾਨ ਵੀ ਨਹੀਂ ਬਣਾ ਸਕੇ। ਔਰ ਬਾਬਾ ਬੰਦਾ ਬਹਾਦਰ ਦਾ ਗੁਰਦੁਆਰਾ ਮਰੌਲੀ ਪਿੰਡ ਵਿੱਚ ਦਿੱਲੀ ਮਹਾਰਾਜ ਦਾ ਪ੍ਰਕਾਸ਼ ਕਰਨ ਦੀ ਵੀ ਸੁੰਦਰ ਜਗ੍ਹਾ ਨਹੀਂ। ਜਿਸ ਨੇ ਸਰਹੰਦ ਨੂੰ ਉਜਾੜਿਆ, ਗੁਰੂਆਂ ਦੇ ਸਾਹਿਬਜ਼ਾਦਿਆਂ ਦੇ ਬਦਲੇ ਲਏ, ਉੱਥੇ ਸੁੰਦਰ ਨਿਸ਼ਾਨ ਤੇ ਸੁੰਦਰ ਗੁਰਦੁਆਰਾ ਨਹੀਂ ਬਣਾ ਸਕੇ। ਇਹ ਬੇਨਤੀ ਮੈਂ ਐਤਕੀ ਪੰਜੇ ਸਿੰਘ ਸਾਹਿਬਾਂ ਦੇ ਸਮੇਤ ਮਹਾਂਪੁਰਖਾਂ ਨੂੰ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਤੋਂ ਮਤਾ ਪਾਸ ਕਰਾ ਕੇ ਇਹਨਾਂ ਸਥਾਨਾਂ ਦੀ ਸੇਵਾ ਯੋਧਿਆਂ ਦੀ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ। ਸੁਲਤਾਨੁਲ ਕੌਮ ਸਰਦਾਰ ਬਹਾਦਰ ਜੱਸਾ ਸਿੰਘ ਔਰ ਜੱਸਾ ਸਿੰਘ ਰਾਮਗੜੀਏ, ਨਵਾਬ ਕਪੂਰ ਸਿੰਘ, ਇਹੋ ਜਿਹਾ ਮਹਾਂਪੁਰਖਾਂ ਦੀਆਂ ਯਾਦਾਂ ਬਣਨੀਆਂ ਚਾਹੀਦੀਆਂ ਤਾਂ ਜੋ ਸਿੱਖ ਕੌਮ ਇਹਨਾਂ ਦੇ ਨਿਸ਼ਾਨਾਂ ਤੋਂ ਸਦਾ ਵਾਸਤੇ ਸੇਧ ਲੈ ਸਕੇ। ਔਰ ਉਹ ਵਿਚਾਰ ਗੌਰ ਅਲੀ ਨੂੰ
ਕਹਿਣ ਲੱਗੇ ਸਰਦਾਰ ਸਾਹਿਬ ਕਿ ਸਾਡੇ ਨਿਸ਼ਾਨ ਤੇਰੇ ਰਾਜ ਵਿੱਚ ਖਤਮ ਹੋ ਗਏ ਆ। ਮੁਸਲਿਆਂ ਨੇ ਗੁਰਦੁਆਰੇ ਢਾਹ ਕਰਕੇ ਮਸੀਤਾਂ ਬਣਾਈਆਂ ਹਨ। 21 ਗੁਰਦੁਆਰੇ ਹਨ, ਜਾਂ ਸਾਨੂੰ ਬਣਾ ਲੈਂਦੇ ਜਾਂ ਤੂੰ ਬਣਾ ਦੇ। ਗੌਰ ਅਲੀ ਕਹਿੰਦਾ ਵੀ ਮਹਾਰਾਜ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਰੋਜ਼ ਦਿੱਲੀ ਨੂੰ ਤੁਰੇ ਰਹਿੰਦੇ, ਗੱਲ ਕੀ ਹੈ? ਇੱਕ ਵਾਰੀ ਮੇਰੇ ਤੋਂ ਜੋ ਲੈਣਾ ਲੈ ਲਓ, ਰੋਜ਼ ਨਾ ਮੈਨੂੰ ਤੰਗ ਕਰੋ। ਉਹ ਕਹਿੰਦੇ ਅਸੀਂ ਦਿੱਲੀ ਤੋਂ ਨਿਆਂ ਚਾਹੁੰਦੇ ਆ, ਅਸੀਂ ਤਾਂ ਗਾਤੀਆਂ ਲਾਉਣ ਵਾਲੇ, ਮਾਲਾ ਫੇਰਨ ਵਾਲੇ ਸਾਧ ਆ। ਜਦੋਂ ਤੁਸੀਂ ਨਿਆਂ ਨਹੀਂ ਦਿੰਦੇ ਅਸੀਂ ਤਾਂ ਤਲਵਾਰ ਚੱਕਦੇ ਆ। ਜੇ ਤੁਸੀਂ ਨਿਆਂ ਕਰਨ ਲੱਪੋਂ ਦਿੱਲੀ ਵਾਲੇ, ਅਸੀਂ ਤਾਂ ਪਹਾੜਾਂ 'ਚ ਜਾ ਵੜਨਾ ਤੇ ਮਾਲਾ ਫੇਰਨੀ ਆ। ਤੁਸੀਂ ਸਾਨੂੰ ਸੱਦਣਾ, ਅਸੀਂ ਆਉਣਾ ਨਹੀਂ। ਸਾਨੂੰ ਨਹੀਂ ਰਾਜਨੀਤੀ ਦੀ ਲੋੜ, ਅਸੀਂ ਤਾਂ ਨਿਆਂ ਚਾਹੁੰਦੇ ਆ। ਉਦੋਂ ਦਿੱਲੀ ਵੱਲ ਅਸੀਂ ਸ਼ਾਸਤਰਧਾਰੀ ਹੋ ਕੇ ਤੁਰਦੇ ਆ ਜਦੋਂ ਤੁਸੀਂ ਸਾਨੂੰ ਨਿਆਂ ਨਹੀਂ ਦਿੰਦੇ। ਦੇਖੋ ਮਹਾਂਪੁਰਖਾਂ ਦੇ ਬਚਨ ਸਰਦਾਰ ਬਹਾਦਰ ਬਘੇਲ ਸਿੰਘ ਸਾਹਿਬ ਜੀ ਦੇ, ਕਹਿਣ ਲੱਗੇ ਜਿੰਨੀਆਂ ਦਿੱਲੀ ਦੀਆਂ ਕੋਤਵਾਲੀਆਂ ਹਨ ਜਾਂ ਚੁੰਗੀਆਂ ਹਨ, ਇਹਨਾਂ ਦੇ ਖਾਲਸੇ ਦਾ ਕਬਜ਼ਾ ਉਦੋਂ ਤੱਕ ਰਹੇਗਾ ਜਦ ਤੱਕ ਅਸੀਂ ਦਿੱਲੀ ਦੇ 21 ਗੁਰਦੁਆਰੇ ਨਹੀਂ ਬਣਾ ਲੈਂਦੇ। ਗੌਰ ਅਲੀ ਮੰਨ ਗਿਆ। ਕਹਿਣ ਲੱਗੇ ਜਿਵੇਂ ਮੁਸਲਮਾਨਾਂ ਨੇ ਢਾਏ ਆ ਨਾ ਗੁਰਦੁਆਰੇ, ਉਸੇ ਤਰ੍ਹਾਂ ਇਹ ਢਾ ਕੇ ਮਸੀਤਾਂ ਤੇ ਗੁਰਦੁਆਰੇ ਆਸਾਰਨ, ਮਜ਼ਦੂਰੀ ਇਹਨਾਂ ਤੋਂ ਕਰਾਉਣੀ ਹੈ ਜਿਹਨੀ ਬੇਅਦਬੀ ਕੀਤੀ ਆ ਸਥਾਨਾਂ ਦੀ। ਸਾਹ ਸਾਈਂ ਗੌਰ ਅਲੀ ਮੰਨ ਗਿਆ। ਬਾਕੀ ਗੁਰਦੁਆਰਿਆਂ ਸਾਹਿਬਾਂ ਦੇ ਨਿਸ਼ਾਨ ਮਿਲ ਗਏ। ਗੁਰਦੁਆਰੇ ਸਰਦਾਰ ਸਾਹਿਬ ਜੀ ਨੇ ਬੜੇ ਸੁੰਦਰ ਬਣਾਏ, ਪਰ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੰਸਕਾਰ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਵਿੱਚ ਸਤਿਗੁਰਾਂ ਦਾ ਪਵਿੱਤਰ ਧਾੜ ਚੰਦਨ ਦੀ ਚਿਖਾ ਤੇ ਰੱਖ ਕੇ ਘਰ ਨੂੰ ਅੱਗ ਲਾਤੀ। ਦੇਖੋ ਤਿਆਗੀ ਗੁਰਸਿੱਖ ਮਹਾਂਪੁਰਖ, ਘਰ ਦੀ ਪਰਵਾਹ ਨਹੀਂ ਕੀਤੀ ਕਿ ਮੈਂ ਆਪਣੇ ਸਾਹਿਬ ਦਾ ਸੰਸਕਾਰ ਕਰਨਾ। ਤਾਂਬੇ ਦੀ ਗਾਗਰ ਵਿੱਚ ਸਤਿਗੁਰੂ ਜੀ ਮਹਾਰਾਜ ਦੀ ਪਾਵਨ ਸਰੀਰ ਦੀ ਰਾਖ ਆਸਤੀਆਂ ਪਾ ਕਰਕੇ ਧਰਤੀ ਵਿੱਚ ਉਹ ਗਾਗਰ ਨੱਪ ਦਿੱਤੀ ਸੀ। ਸਮਾਂ ਆਵੇਗਾ ਫਿਰ ਗੁਰੂ ਦਾ ਨਿਸ਼ਾਨ ਕਾਇਮ ਕਰਾਂਗੇ, ਧਾਮ ਕਾਇਮ ਕਰਾਂਗੇ। ਕਿਉਂਕਿ ਤਾਂਬਾ ਜਿਹੜਾ ਹੈ ਇਹ ਉਹਨਾਂ ਦਿਨਾਂ ਵਿੱਚ ਗਲਦਾ ਨਹੀਂ ਸੀ, ਅੱਜ ਵੀ ਨਹੀਂ ਗਲਦਾ। ਉਦੋਂ ਤਾਂਬਾ ਕੋਈ ਖਾਸ ਵਿਸ਼ੇਸ਼ ਹੋ ਸਕਦਾ ਹੋਵੇਗਾ। ਔਰ ਤਾਂਬੇ ਵਿੱਚ ਰਾਖ ਪਾ ਕੇ ਹੁਕਮਨਾਮੇ ਰੱਖਦਾ ਨੇ, ਇਹ ਵਾਟਰ ਪ੍ਰੂਫ ਹੁੰਦਾ ਸੀ ਉਹਨਾਂ ਦਿਨਾਂ 'ਚ। ਕਈ ਥਾਈਂ ਐਸੇ ਹੁਕਮਨਾਮੇ ਅੱਜ ਮਿਲੇ, ਜਿਵੇਂ ਮੂਲੋਂ ਮਾਲਿਆ ਲੁਧਿਆਣੇ 'ਚ ਉਹ ਇਸੇ ਤਰ੍ਹਾਂ ਹੁਕਮਨਾਮਾ ਮਿਲਿਆ, ਸਲਾਬ ਨਹੀਂ ਸੀ ਚੜ੍ਹਦੀ। 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦਾ ਹੁਕਮਨਾਮਾ ਹੁਣ ਸਥਾਨ ਬਣ ਗਏ ਹਨ। ਸਾਧ ਸੰਗਤ ਜੀ, ਮੁਸਲਮਾਨਾਂ ਨੇ ਕਿਹਾ ਇੱਥੇ ਸਿੱਖਾਂ ਦਾ ਕੋਈ ਨਿਸ਼ਾਨ ਹੋਵੇਗਾ, ਜਗ੍ਹਾ ਪੁੱਟ ਕੇ ਵੇਖੀਏ। ਸਤਿਗੁਰੂ ਜੀ ਦੀਆਂ ਹੁਣ ਆਸਤੀਆਂ ਸਨ, ਸ਼ਕਤੀ ਦੇ ਨਾਲ ਉਹ ਜਿਹੜੀ ਗਾਗਰ ਸੀ ਧਰਤੀ ਵਿੱਚ ਹੋਰ ਨਿਗਰ ਗਈ। ਮੁਸਲਮਾਨਾਂ ਨੂੰ ਕੋਈ ਚੀਜ਼ ਮਿਲੀ ਨਾ, ਇਹਨੀ ਇੱਥੇ ਮਸੀਤ ਬਣਾਤੀ। ਸਰਦਾਰ ਬਹਾਦਰ ਬਘੇਲ ਸਿੰਘ ਨੇ ਜਿਹੜੇ ਖੋਜ ਕਰਾਈ, ਪਤਾ ਲੱਗਿਆ ਪਿਆ ਜਿਹੜੀ ਮਸੀਤ ਆ ਇਹ ਜਗ੍ਹਾ ਰਕਾਬਗੰਜ। ਰਕਾਬਗੰਜ ਸਾਧ ਸੰਗਤ ਦਾ ਨਾਮ ਤਾਂ ਆ, ਇਸ ਪਿੰਡ ਦਾ ਨਾਮ ਰਕਾਬ ਸੀ। ਜਿਸ ਪਿੰਡ ਵਿੱਚ ਭਾਈ ਲੱਖੀ ਸ਼ਾਹ ਰਹਿੰਦੇ ਸਨ, ਤਾਂ ਰਕਾਬਗੰਜ ਵਿੱਚ ਸੰਸਕਾਰ ਹੋਣ ਕਰਕੇ ਰਕਾਬ ਤੋਂ ਇਹਦਾ ਨਾਂ ਰਕਾਬਗੰਜ, ਮਤਲਬ ਢੇਰ। ਉਹਦਾ ਘਰ ਢੇਰ ਹੋ ਗਿਆ ਸੀ ਨਾ, ਸੜ ਕੇ ਸੁਆਹ ਦਾ, ਤਾਂ ਰਕਾਬਗੰਜ ਕਹਿੰਦੇ ਹਨ। ਸੋ ਹੁਣ ਜਿਸ ਵੇਲੇ ਭਾਈ ਸਾਹਿਬ ਨੇ ਉਹਨਾਂ ਮੁਸਲਮਾਨਾਂ ਤੋਂ ਮਸੀਤ ਢਵਾਈ, ਜਗ੍ਹਾ ਨੂੰ ਪਟਾਇਆ, ਮੁਸਲਮਾਨ ਕਹਿੰਦੇ ਵੀ ਤੁਸੀਂ ਆਪਣੀ ਨਿਸ਼ਾਨੀ ਦਿਖਾਓ ਤਾਂ ਮੰਨਾਂਗੇ, ਤਾਂ ਸਾਡੀ ਮਸੀਤ ਆ ਪੁਸ਼ਤਦਾਰ ਪੁਸ਼ਤ। ਭਾਈ ਸਾਹਿਬ ਕਹਿੰਦੇ ਸਾਡੀ ਇੱਥੇ ਗਾਗਰ ਹੈ ਗੁਰੂ ਤੇਗ ਬਹਾਦਰ ਜੀ ਦੀਆਂ ਆਸਤੀਆਂ ਦੀ। ਜਿਸ ਵੇਲੇ ਹੁਣ ਜਗ੍ਹਾ ਪਟਾਈ ਦੇ ਗਾਗਰ ਲੱਜੇ ਨਾ, ਭਾਈ ਸਾਹਿਬ ਬ੍ਰਹਮ ਗਿਆਨੀ ਅੰਤਰਜਾਮੀ ਸਨ, ਅੱਖਾਂ ਮੀਟ ਕੇ ਬਹਿ ਗਿਆ ਕਿ ਗੱਲ ਤਾਂ ਹੋ ਨਹੀਂ ਸਕਦੀ, ਗੱਲ ਕੀ ਹੈ? ਫਿਰ ਸਤਿਗੁਰੂ ਨੇ ਆਕਾਸ਼ਬਾਣੀ 'ਚ ਕਿਹਾ ਕਿ ਜਿਸ ਵੇਲੇ ਮੁਸਲਮਾਨ ਨਿਸ਼ਾਨ ਨੂੰ ਖਤਮ ਕਰਨ ਲਈ ਜਗ੍ਹਾ ਫੋਲਦੇ ਸਨ, ਉਹ ਗਾਗਰ ਧਰਤੀ 8 ਫੁੱਟ ਹੋਰ ਨਿਕਲ ਗਈ ਹੈ। 8 ਫੁੱਟ ਡੂੰਘੀ ਪੁੱਟੋ। ਜਿਹੜੇ 8 ਫੁੱਟ ਡੂੰਘੀ ਨੂੰ ਪੁੱਟਿਆ ਜਗ੍ਹਾ ਨੂੰ, ਉਹਦੇ ਵਿੱਚੋਂ ਤਾਂਬੇ ਦੀ ਗਾਗਰ ਆਸਤੀਆਂ ਵਾਲੀ ਮਿਲ ਗਈ। ਗੱਜ ਕੇ ਬੋਲੋ ਸਤਿਨਾਮ। ਫਿਰ ਇੱਥੇ ਭਾਈ ਸਾਹਿਬ ਜੀ ਨੇ ਰਕਾਬਗੰਜ ਸਥਾਨ ਜਿਹੜਾ ਸੀ ਕਾਇਮ ਕਰਾਇਆ, ਸੀਸਗੰਜ ਸਥਾਨ ਚਾਂਦਨੀ ਚੌਕ ਬਣਾਇਆ, ਬਾਕੀ ਸਥਾਨਾਂ ਦੀ ਸੇਵਾ ਕਰਾਈ। ਸੋ ਸਾਧ ਸੰਗਤ ਜੀ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਥੋੜਾ ਸੰਖੇਪ ਇਤਿਹਾਸ ਵਰਣਨ ਕੀਤਾ। ਉਂਝ ਉਹਨਾਂ ਦਾ ਇਤਿਹਾਸ ਬਹੁਤ ਲੰਬਾ ਹੈ, ਕਿਉਂਕਿ ਸਾਰਿਆਂ ਨੂੰ ਵੱਡਾ ਟੂਰ ਅਦਾਸੀਆਂ ਦਾ ਕੀਤਾ ਬਾਬਾ ਨਾਨਕ ਨੇ। ਫਿਰ ਯੂਪੀ ਤੱਕ 6ਵੇਂ ਪਾਤਸ਼ਾਹ ਨੇ, ਔਰ ਪੰਜਾਬ ਸਾਰੇ ਵਿੱਚ ਗੁਰੂ ਹਰਿਰਾਏ ਸਾਹਿਬ ਨੇ, ਔਰ ਹਿੰਦੁਸਤਾਨ ਦੇ ਵਿੱਚ 2 ਟੂਰ ਗੁਰੂ ਤੇਗ ਬਹਾਦਰ ਜੀ ਨੇ ਲਾਏ। ਭਾਵ ਅਦਾਸੀਆਂ ਵਿੱਚੋਂ ਦੂਆ ਨੰਬਰ ਗੁਰੂ ਤੇਗ ਬਹਾਦਰ ਜੀ ਦਾ, ਤੀਸਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਬਾਕੀ ਗੁਰੂ ਜ਼ਿਆਦਾ ਅਸਥਾਨਾਂ ਤੇ ਥੋੜਾ ਪੰਜਾਬ ਦੀ ਧਰਤੀ 'ਚ ਵਿਚਰ ਕਰਕੇ ਹੀ
ਪ੍ਰਚਾਰ ਕਰਦੇ ਰਹੇ ਸਨ। ਸੋ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਣ। ਅਸੀਂ ਇਸੇ ਤਰ੍ਹਾਂ ਉਹਨਾਂ ਦੇ ਪਾਵਨ ਗੁਰਪੁਰਬ ਮਨਾਉਂਦੇ ਰਹੀਏ। ਔਰ ਜਿਵੇਂ ਭਾਈ ਬਘੇਲ ਸਿੰਘ ਸਾਹਿਬ ਜੀ ਸਰਦਾਰ ਸਾਹਿਬ ਇੱਕ ਮੁਸਲਮਾਨ ਲੜਕੀ ਤੋਂ ਗਾਨਾ ਬਣਾ ਕੇ ਬਚਨਬੱਧ ਹੋ ਜਾਂਦੇ ਸਨ, ਅਸੀਂ ਵੀ ਅੱਜ ਆਪਣੀਆਂ ਭੈਣਾਂ ਤੋਂ ਗਾਨਾ ਬਣਾ ਕੇ ਅੱਜ ਹਲਫ ਲਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਕਿ ਅਸੀਂ ਆਪਣੀ ਭੈਣਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਜੇ ਸਰੀਰ ਦਾ ਬਲੀਦਾਨ ਵੀ ਦੇਵੇ ਤੇ ਪਿੱਛੇ ਨਹੀਂ ਪਾਵਾਂਗੇ। ਗੱਜ ਕੇ ਬੋਲੋ ਸਤਿਨਾਮ। ਭੈਣਾਂ ਨੂੰ ਭੈਣਾਂ ਸਮਝਾਂਗੇ। ਪਰ ਮੇਰੇ ਕੋਲ ਸਾਹ ਹੀ ਰੋਜ਼ਾਨਾ ਸੰਗਤਾਂ ਆਉਂਦੀਆਂ ਔਰ ਜਿਨ੍ਹਾਂ ਦੇ ਸਾਹ ਸੰਗ ਪਤੀਆਂ ਦਾ ਔਰ ਪਤਨੀਆਂ ਦਾ ਵਿਛੋੜਾ ਪਿਆ। ਗੁਰੂ ਗ੍ਰੰਥ ਸਾਹਿਬ ਦੇ ਕੋਲ ਆਪਾਂ ਇਹ ਗਾਨਾ ਬੰਨਣੋਂ ਘੱਟ ਨਹੀਂ। ਜਦੋਂ ਲਾਵਾਂ ਹੁੰਦੀਆਂ ਪਰਨ ਲੈਣੇ ਅਰਦਾਸ ਕਰਦੇ ਹਾਂ, ਪਰ ਨਹੀਂ, ਇਹ ਅਜੋੜ ਨਹੀਂ ਆਪਣੇ 'ਚ ਆਉਣਾ ਚਾਹੀਦਾ। ਅਜੋੜ ਤਾਂ ਪੈਂਦੇ ਕਿਉਂਕਿ ਸਾਡੇ 'ਚ ਬਾਣੀ ਦੀ ਘਾਟ ਹੈ, ਗੁਰਮਤਿ ਦੀ ਘਾਟ ਹੈ। ਜੇ ਰੋਜ਼ਾਨਾ ਸਤਸੰਗ ਕਰਾਂਗੇ ਸਾਨੂੰ ਸੋਝੀ ਪ੍ਰਾਪਤ ਹੋਵੇਗੀ। ਇਹ ਵੀ ਪਰਿਵਾਰਾਂ ਵਿੱਚ ਮੈਂ ਦ੍ਰਿੜਤਾ ਨਾਲ ਕਹਿ ਸਕਦਾ ਕਿ ਬਖੇੜਾ ਨਹੀਂ ਪਵੇਗਾ। ਸਤਿਗੁਰੂ ਜੀ ਕਿਰਪਾ ਕਰਨਗੇ। ਸੋ ਸਾਧ ਸੰਗਤ ਜੀ, ਮੈਂ ਪ੍ਰਬੰਧਕ ਕਮੇਟੀ ਦਾ ਔਰ ਸਮੁੱਚੀ ਸਾਧ ਸੰਗਤ ਦਾ, ਖਾਸ ਕਰਕੇ ਸਮਾਗਮ ਤੇ ਮਾਤਾ ਸ਼ਰੀਰਾਂ ਦਾ, ਭੈਣਾਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਅਖੰਡ ਪਾਠ ਦੀ ਸੇਵਾ ਤੇ ਲੰਗਰ ਦੀ ਸੇਵਾ 'ਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਮਾਈਆਂ ਰੱਬ ਰਜਾਈਆਂ ਦੇ ਬਾਕ ਨੂੰ ਸਫਲ ਕਰਕੇ ਦਿਖਲਾਇਆ ਹੈ। ਇਸ ਕਰਕੇ ਮੈਂ ਆਪਣੀਆਂ ਮਾਤਾਵਾਂ ਦਾ, ਭੈਣਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਜਿੱਥੇ ਮਾਤਾਵਾਂ ਲੰਗਰ ਪਕਾਉਂਦੀਆਂ ਹਨ ਉੱਥੇ ਮੇਰੇ ਭਾਈ ਲੰਗਰ ਵਰਤਾਇਆ ਕਰੋ ਔਰ ਪਿਆਰ ਨਾਲ ਬਹਿ ਕੇ ਸਾਧ ਸੰਗਤ ਵਿੱਚ ਬਾਣੀ ਦਾ ਨਿਤਨੇਮ ਕਰਕੇ ਲੰਗਰ ਛਕਿਆ ਕਰੋ ਔਰ ਗੁਰੂ ਦੀ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ। ਔਰ ਸਾਧ ਸੰਗਤ ਜੀ ਹਮ ਹਮਾ ਕੇ ਸਾਧ ਸੰਗਤ ਵਿੱਚ ਹਾਜ਼ਰੀਆਂ ਲਾਉਣ ਦੀ ਕਿਰਪਾਲਤਾ ਕਰਿਆ ਕਰੋ। ਜ਼ਰੂਰੀ ਬੇਨਤੀ ਭਾਈ ਮਸਤਾਨ ਸਿੰਘ ਜੀ ਨੇ ਆਪ ਜੀ ਨੂੰ ਕਰ ਹੀ ਦਿੱਤੀ ਹੈ, ਪ੍ਰਧਾਨ ਸਾਹਿਬ ਵੀ ਦੱਸਣਗੇ, ਭਾਈ ਜਗਤਾਰ ਸਿੰਘ ਸੰਧੂ। ਸੋ ਦਾਸ ਨੂੰ ਵੀ ਆਗਿਆ ਹੋਈ ਸੀ ਪ੍ਰਬੰਧਕ ਕਮੇਟੀ ਵੱਲੋਂ। ਉਹ ਇਹ ਹੈ ਕਿ ਭਾਈ ਅਵਤਾਰ ਸਿੰਘ ਜੀ ਜੋ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ, ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਰੀ ਡੈਲਟਾ ਜੋ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਗੁਰੂ ਨਾਨਕ ਟੈਂਪਲ ਵੱਜਦੇ ਹਨ, ਇਸ ਸਥਾਨ ਵਿਖੇ ਸ਼ਨੀਚਰ, ਐਤ, ਸੋਮਵਾਰ 3 ਦਿਨ ਅਖੰਡ ਪਾਠ ਸਾਹਿਬ ਦੇ ਨਿਰੰਤਰ ਇੱਕ ਰਸ ਪਾਠ ਚੱਲਣਗੇ। ਔਰ ਸੋਮਵਾਰ 2 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਚਾਰ ਸੰਚਾਰ ਹੋਵੇਗਾ। ਜਿਹੜੇ ਮਾਈ ਭਾਈ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਖਾਲਸਾ ਪੰਥ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੜ੍ਹਦੀ ਕਲਾ ਦੇ ਸਿੰਘ ਸਜਣਾ ਚਾਹੁੰਦੇ ਹਨ, ਮਾਤਾ ਸਾਹਿਬ ਕੌਰ ਦੇ ਪੁੱਤਰ ਬਣਨਾ ਚਾਹੁੰਦੇ ਹਨ, ਖਾਲਸੇ ਬਣਨਾ ਚਾਹੁੰਦੇ ਹਨ, ਉਹ ਹਮ ਹਮਾ ਕੇ ਅੰਮ੍ਰਿਤ ਛਕਣ ਦਾ ਮਨ ਬਣਾਓ। ਜਿਨ੍ਹਾਂ ਕੋਲ 5 ਕਕਾਰ ਮੌਜੂਦ ਹਨ, ਬਹੁਤ ਚੰਗੀ ਗੱਲ ਹੈ। ਜਿਨ੍ਹਾਂ ਕੋਲ ਹਾਲੇ 5 ਕਕਾਰਾਂ ਦੀ ਘਾਟ ਹੈ, ਸ੍ਰੀ ਸਾਹਿਬ, ਕਛਹਿਰੇ, ਕੜਾ, ਕੰਘਾ, ਉਹ ਆਪਣੇ ਕਕਾਰ ਮੁਕੰਮਲ ਕਰੋ। ਭਾਵੇਂ ਹੁਣ ਤੋਂ ਹੀ ਕਕਾਰ ਪਹਿਨ ਲਓ। ਇਸ਼ਨਾਨ ਦੀ ਰੀਤੀ ਧਾਰੋ। 5 ਬਾਣੀਆਂ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਵੱਡਾ ਆਨੰਦ ਸਾਹਿਬ ਸਵੇਰ ਤੋਂ ਭਾਵੇਂ ਕਰ ਰਹੀਆਂ ਪਰ ਆਰੰਭ ਕਰ ਲਓ। ਜਿਹੜੇ ਆਪਣੇ ਸਾਧ ਸੰਗ ਸ਼ਾਮ ਨੂੰ ਹੈ ਰਹਿ ਰਾਸ ਕੀਰਤਨ 16। ਜਿਹੜੇ ਪੜ੍ਹੇ ਨਹੀਂ ਹਨ ਮਾਈ ਭਾਈ, ਉਹ 5 ਮਾਲਾਂ ਸਵੇਰੇ ਮੂਲ ਮੰਤਰ ਦੀਆਂ ਫੇਰਨ ਤੇ 2 ਮਾਲਾਂ ਮੂਲ ਮੰਤਰ ਦੀਆਂ ਸ਼ਾਮ ਨੂੰ ਫੇਰਨ। ਜਿਹੜੇ ਮੂਲ ਮੰਤਰ ਵੀ ਨਹੀਂ ਸੁਧ ਉਚਾਰਨ ਕਰ ਸਕਦੇ, ਉਹ ਵਾਹਿਗੁਰੂ ਮੰਤਰ ਦੀਆਂ ਮਾਲਾ, ਸਾਧ ਸੰਗ ਮੂਲ ਮੰਤਰ ਦੀਆਂ 9 ਮਾਲਾ ਵਾਹਿਗੁਰੂ ਮੰਤਰ ਦੀਆਂ ਬਣਦੀਆਂ ਹਨ। ਜਰਬ ਦੇ ਕੇ ਤੁਸੀਂ ਵੇਖ ਲਓ, ਮੇਰੇ ਨਾਲ ਜ਼ਿਆਦਾ ਪੜ੍ਹੇ ਹੋ। ਇਸ ਵਿਚਾਰਨਾ ਮੂਲ ਮੰਤਰ ਦੀਆਂ ਮਾਲਾਂ ਫੇਰ ਜਾਂ ਉਵੇਂ ਸਮਾਂ ਨਿਯੁਕਤ ਕਰ ਲੈਣਾ ਕਿ ਇੰਨਾ ਸਮਾਂ ਸਿਮਰਨ ਕਰਨਾ ਹੈ, ਫਿਰ ਇੱਕੋ ਜਿਹਾ ਮਹਾਤਮ ਪ੍ਰਾਪਤ ਹੋ ਜਾਂਦਾ। ਜਾਂ ਜੇ ਨਾ ਕੀਤਾ ਜਾ ਸਕੇ, ਜਿਹੜਾ ਨਿਤਨੇਮ ਕਰੇ ਉਹਦੇ ਕੋਲ ਬੈਠ ਕੇ ਅਨਪੜ੍ਹ ਸੱਜਣ ਨਿਤਨੇਮ ਸ਼ਰਵਣ ਹੀ ਕਰ ਸਕਦੇ ਹਨ। ਸੋ ਇਸ ਕਰਕੇ ਜ਼ਰੂਰੀ ਬੇਨਤੀ ਹੈ, ਨਾ ਤਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਪ੍ਰਾਪਤ ਹੋ ਜਾਵੇਗੀ, ਨਾਲੇ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਸ਼ਹੀਦੀ ਬਾਣਾ ਸਾਨੂੰ ਪ੍ਰਾਪਤ ਹੋ ਜਾਵੇਗਾ। ਜਿਹੜੇ 5 ਕਕਾਰ ਹਨ, ਇਹ ਬੱਜਰ ਦਾ ਕੋਟ ਹੈ। ਇਸ ਕਰਕੇ ਇਹਨਾਂ ਨੂੰ ਧਾਰਨ ਦਾ ਬਹੁਤ ਵੱਡਾ ਫਲ ਹੈ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ।
ਆ ਜਿਹੜੀਆਂ ਮਾਈਆਂ ਤਬੀਤ ਤਬੂਤ ਪਾਉਂਦੀਆਂ ਹਨ ਨਾ, ਕਿਰਪਾਨੋਂ ਵੱਡਾ ਕੋਈ ਤਬੀਤ ਨਹੀਂ ਹੈ। ਨਿਸ਼ਾਨੇ ਸਿੱਖੀ 5 ਹਰਫ ਕਾਪ, ਹਰਗਿਜ਼ ਨਾ ਬਾਸ਼ਦ 5 ਮੁਆਫ, ਕੜਾ ਕਾਰਦੋ ਕਛ ਕੰਗੇ ਵਿਦਾਂ, ਹਸਤ ਕੇਸ ਹੇਚ ਜੁਮਲੇ ਨਿਸ਼ਾਂ। ਜਿਹੜੀਆਂ ਮੇਰੀਆਂ ਮਾਤਾਵਾਂ ਭੈਣਾਂ ਜਾਂ ਮੇਰੇ ਭਰਾਵਾਂ ਬਜ਼ੁਰਗਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ, ਉਹ ਭਾਈ ਜਗਤਾਰ ਸਿੰਘ ਜੀ ਸੰਧੂ ਸਾਹਿਬ ਪ੍ਰਧਾਨ ਸਾਹਿਬ, ਜਾਂ ਸੈਕਟਰੀ ਸਾਹਿਬ ਭਾਈ ਮਸਤਾਨ ਸਿੰਘ ਜੀ, ਜਾਂ ਗੁਰੂ ਘਰ ਦੇ ਜੋ ਵਜ਼ੀਰ ਆਪਣੇ ਗ੍ਰੰਥੀ ਸਿੰਘ ਜੀ ਹਨ, ਉਹਨਾਂ ਨੂੰ ਆਪਣੇ ਨਾਮ ਨੋਟ ਕਰਾ ਦਿਓ। ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰਾਂ ਨੂੰ, ਸੰਬੰਧੀਆਂ ਨੂੰ ਸੂਚਿਤ ਕਰ ਦਿਓ, ਤਾਂ ਜੋ ਗੁਰੂ ਕਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਸਕੋ। ਜੇ ਕੋਈ ਕਹੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ। ਜਿਵੇਂ ਕਈ ਵਾਰੀ ਨਲਕੇ ਦਾ ਪਾਣੀ ਉਤਰ ਜਾਂਦਾ ਨਾ, ਬਾਹਰੋਂ ਪਾਣੀ ਪਾ ਕੇ ਗੇੜਨ ਲੱਗ ਪਈਏ, ਨਲਕਾ ਚੱਲਣ ਲੱਗ ਜਾਂਦਾ, ਜਾਂ ਟਿਊਬਵੈੱਲ ਲੈ ਲਓ। ਕਈ ਪ੍ਰੇਮੀ ਕਹਿੰਦੇ ਹਨ ਅੰਮ੍ਰਿਤ ਤਾਂ ਸਾਡੇ ਹਿਰਦੇ ਵਿੱਚ ਹੈ। ਇਹ ਠੀਕ ਹੈ, ਅੰਮ੍ਰਿਤ ਹਿਰਦੇ ਵਿੱਚ ਹੈ। ਅੰਮ੍ਰਿਤ ਇੱਕੋ ਸ਼ਬਦ ਹੈ, ਦੂਸਰਾ ਅੰਮ੍ਰਿਤ ਨਾ ਹੈ। ਪਰ ਜਿਹੜਾ ਇਹ ਵੀ ਅੰਮ੍ਰਿਤ ਹੈ, ਇਹਦੋਂ ਬਾਹਰੋਂ ਤਾਂ ਪਾਇਆ ਜਾਂਦਾ ਕਿ ਅੰਦਰਲਾ ਅੰਮ੍ਰਿਤ ਪ੍ਰਵਾਹ ਵਿੱਚ ਵਗਣਾ ਸ਼ੁਰੂ ਹੋ ਜਾਏ। ਇਸ ਕਰਕੇ ਬਾਹਰਲਾ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨੋਂ ਵੱਡੀ ਮਿਸਾਲ ਨਹੀਂ ਹੋ ਸਕਦੀ ਜਿਹੜੇ ਪੰਜਾਂ ਪਿਆਰਿਆਂ ਨੂੰ ਸਤਿਗੁਰੂ ਜੀ ਨੇ ਅੰਮ੍ਰਿਤ ਛਕਾਇਆ ਔਰ ਪੰਜਾਂ ਪਿਆਰਿਆਂ ਨੂੰ ਕਿਹਾ ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ, ਮੈਨੂੰ ਅੰਮ੍ਰਿਤ ਦੀ ਦਾਤ ਖਾਲਸਾ ਜੀ ਬਖਸ਼ਿਸ਼ ਕਰੋ। ਖਾਲਸੇ ਨੇ ਕਿਹਾ ਸੱਚੇ ਪਾਤਸ਼ਾਹ ਅਸੀਂ ਤਾਂ ਸੀਸ ਦਾ ਬਲੀਦਾਨ ਦੇ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਆਪ ਖਾਲਸਾ ਪੰਥ ਨੂੰ ਕੀ ਭੇਟਾ ਦੇਵੋਗੇ। ਕਲਗੀਧਰ ਪਾਤਸ਼ਾਹ ਤੇ ਖਾਲਸਿਆਂ ਦੇ ਨੇਤਰਾਂ 'ਚ ਵੀ ਆਂਸੂ ਆ ਗਏ। ਕਹਿਣ ਲੱਗੇ ਮੈਂ ਸਰਬੰਸ ਦਾਨ ਦੇਵਾਂਗਾ, ਗੱਜ ਕੇ ਬੋਲੋ ਸਤਿਨਾਮ। ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਾਹਿਬ ਬਣਨ ਲਈ ਸਾਹ ਸਰਬੰਸ ਦਾਨ ਦੀ ਪ੍ਰਤੱਗਿਆ ਹੀ ਨਹੀਂ ਕੀਤੀ, ਸਰਬੰਸ ਦਾਨ ਦੇ ਕੇ ਬਚਨ ਨੂੰ ਪੂਰਾ ਨਿਭਾਇਆ। ਗੱਜ ਕੇ ਬੋਲੋ ਸਤਿਨਾਮ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਛੋਟ ਨਹੀਂ ਦਿੱਤੀ ਤੇ ਸਾਨੂੰ ਤੁਹਾਨੂੰ ਕਿਵੇਂ ਛੋਟ ਮਿਲ ਸਕਦੀ ਹੈ। ਅੰਮ੍ਰਿਤ ਛਕਣਾ ਮਾਈ ਭਾਈ ਦਾ ਫਰਜ਼ ਬਣਦਾ ਬਹੁਤ ਜ਼ਰੂਰੀ ਹੈ। ਜਿਹੜੇ ਪ੍ਰੇਮੀ ਕੁਝ ਵਜਰ ਕ੍ਰੈਤ ਹੋ ਗਏ ਜਾਂ ਰੋਮਾਂ ਦੀ ਬੇਅਦਬੀ ਕਈ ਅੰਮ੍ਰਿਤ ਛਕ ਕੇ ਕਰ ਲੈਂਦੇ ਹਨ, ਜਾਂ ਸ਼ਰਾਬ ਪੀਤੀ ਗਈ, ਜਾਂ ਕਈ ਵਾਰੀ ਆਪਰੇਸ਼ਨ ਕਰਾਇਆ ਜਾਂਦਾ ਤਾਂ ਰੋਮਾਂ ਦੀ ਬੇਅਦਬੀ ਹੋ ਜਾਂਦੀ ਹੈ, ਜਾਂ ਕਿਸੇ ਹੋਰ ਕਾਰਨ ਤੋਂ ਰੋਮਾਂ ਦੀ ਬੇਅਦਬੀ, ਜਾਂ ਕੋਈ ਹੋਰ ਵਜਰ ਕ੍ਰੈਤਾਂ ਜੋ ਕ੍ਰੈਤ ਹੋਈ ਹੋਵੇ, ਉਹਨਾਂ ਨੂੰ ਵੀ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਚਾਹੀਦਾ ਔਰ ਪੰਜਾਂ ਪਿਆਰਿਆਂ ਨੂੰ ਉਹ ਕ੍ਰੈਤ ਦੱਸ ਕੇ ਤਨਖਾਹ ਲਵਾ ਕੇ ਵਿਵੇਕ ਫਿਰ ਖਾਲਸੇ ਪੰਥ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਔਰ ਜਿਨ੍ਹਾਂ ਦੇ ਬੱਚੇ ਅੱਗੇ ਅੰਮ੍ਰਿਤ ਨਹੀਂ ਛਕ ਸਕੇ, ਆਪ ਅੰਮ੍ਰਿਤਧਾਰੀ ਹਨ, ਉਹਨਾਂ ਨੂੰ ਚੂਲੇ ਦਵਾਉਣੇ ਬਹੁਤ ਜ਼ਰੂਰੀ ਹਨ। ਇਸ ਕਰਕੇ ਦਾਸ ਨੇ ਬੇਨਤੀਆਂ ਕੀਤੀਆਂ ਹਨ। ਮੈਂ ਪ੍ਰਬੰਧਕ ਕਮੇਟੀ ਦੇ ਇਹਨਾਂ ਦੋਹਾਂ ਅੱਜ ਦੇ ਸਮਾਗਮ ਦੇ ਮਨਾਉਣ ਦੀ ਵੀ ਸ਼ਲਾਘਾ ਕਰਦਾ ਹਾਂ ਅਤੇ ਜੋ ਸ਼ਹੀਦ ਸਿੰਘ ਦੀ ਬਰਸੀ ਮਨਾ ਰਹੇ ਹਨ ਇਸ ਕਦਮ ਦੀ ਵੀ ਸ਼ਲਾਘਾ ਕਰਾਂਗਾ। ਅਤੇ ਜਿਹੜਾ ਇਹਨਾਂ ਨੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ, ਇਸ ਸਮਾਗਮ ਦੀ ਵੀ ਆਪਣੇ ਹਿਰਦੇ ਚੋਂ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ, ਕਿਉਂਕਿ ਜਦ ਤੱਕ ਭਾਵੇਂ ਆਪਾਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਜਦੋਂ ਤਾਈਂ ਨਗੁਰੇ ਹਾਂ, ਉਦੋਂ ਤੱਕ ਸਤਿਗੁਰੂ ਦੀ ਸੰਪੂਰਨ ਖੁਸ਼ੀ ਜਿਹੜੀ ਹੈ ਪ੍ਰਾਪਤ ਨਹੀਂ ਹੁੰਦੀ। ਜਿਵੇਂ ਕੋਈ ਐਪਲੀਕੇਸ਼ਨ ਲਿਖ ਲਈਏ, ਭਾਵੇਂ ਕਿੰਨੀ ਕੁਸ਼ਕਤ ਲਿਖੀ ਹੋਵੇ, ਸੁੰਦਰ ਲਿਖੀ ਹੋਵੇ, ਮੋਹਰ ਨਾ ਲੱਗੇ, ਉਹ ਕਿਸੇ ਦਫ਼ਤਰ 'ਚ ਪ੍ਰਵਾਨ ਨਹੀਂ ਹੁੰਦੀ। ਇਸੇ ਪ੍ਰਕਾਰ ਜਦ ਤੱਕ ਸਤਿਗੁਰੂ ਜੀ ਵੱਲੋਂ ਸਾਨੂੰ ਅੰਮ੍ਰਿਤ ਛਕ ਕੇ ਪ੍ਰਵਾਨਗੀ ਪੰਜਾਂ ਪਿਆਰਿਆਂ ਦੁਆਰਾ ਮੂਲ ਮੰਤਰ ਗੁਰਮੰਤਰ ਦੀ ਦਾਤ ਪ੍ਰਾਪਤ ਕਰਕੇ ਨਾ ਮਿਲੇ, ਉਦੋਂ ਤੱਕ ਅਸੀਂ ਗੁਰੂ ਘਰ ਵਿੱਚ ਮੁਕੰਮਲਤਾ ਪ੍ਰਾਪਤ ਨਹੀਂ ਕਰ ਸਕਾਂਗੇ। ਇਸ ਕਰਕੇ ਮੁਕੰਮਲ ਗੁਰਸਿੱਖ ਸਜਣ ਲਈ, ਸੰਤ ਸਿਪਾਹੀ ਬਣਨ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਬਾਣੀ ਪੜ੍ਹ ਕੇ ਸਿਮਰਨ ਕਰਕੇ ਆਪਾਂ ਸੰਤ ਬਣ ਜਾਵਾਂਗੇ। ਜਦੋਂ ਤੱਕ ਅੰਮ੍ਰਿਤ ਛਕ ਕੇ ਸ਼ਾਸਤਰਧਾਰੀ ਨਹੀਂ ਬਣਦੇ, ਉਦੋਂ ਤੱਕ ਸੰਤ ਸਿਪਾਹੀ ਦੀ ਡਿਗਰੀ ਪ੍ਰਾਪਤ ਨਹੀਂ ਕਰ ਸਕਾਂਗੇ। ਇਸ ਕਰਕੇ ਖਾਲਸੇ ਨੂੰ ਮੁਕੰਮਲ ਇਨਸਾਨ ਬਣਾਇਆ ਕਿ ਸੰਤ ਦਾ ਵੀ ਜੀਵਨ ਅਧੂਰਾ ਆ ਤੇ ਸਿਪਾਹੀ ਦਾ ਵੀ ਜੀਵਨ ਅਧੂਰਾ ਆ। ਜੇ ਇਕੱਲਾ ਸੰਤ ਹੋਵੇਗਾ, ਦੁਸ਼ਟ ਉਹਦੇ ਨਾਲ ਆ ਕੇ ਗਲ ਪੈਣਗੇ, ਰਾਖੀ ਨਹੀਂ ਕਰ ਸਕੇਗਾ ਆਪਣੀ ਵੀ ਬਗਾਨਿਆਂ ਦੀ ਵੀ। ਜੇ ਇਕੱਲਾ ਸਿਪਾਹੀ ਹੋਵੇਗਾ, ਸੰਤ ਨਾ ਬਣੇਗਾ, ਬਾਣੀ ਨਹੀਂ ਪੜ੍ਹੇਗਾ ਤੇ ਜ਼ਾਲਮ ਬਣ ਜਾਵੇਗਾ, ਚੰਗੇਜ਼ ਖਾਂ ਬਣ ਜਾਵੇਗਾ। ਇਸ ਕਰਕੇ ਸਿਪਾਹੀ ਨੂੰ ਸੰਤ ਹੋਣਾ ਜ਼ਰੂਰੀ ਹੈ
ਸੰਤ ਨੂੰ ਸਿਪਾਹੀ ਹੋਣਾ ਜ਼ਰੂਰੀ ਹੈ। ਇਹ ਦੋਨੋਂ ਜਿਹੜੀਆਂ ਚੀਜ਼ਾਂ ਹਨ, ਸ਼ਕਤੀ ਔਰ ਭਗਤੀ ਦਾ ਸੁਮੇਲ ਕੀਤਾ। ਦਰਬਾਰ ਸਾਹਿਬ ਵਿੱਚ ਮਹਾਰਾਜ ਨੇ ਸ਼ਾਸਤਰ ਪ੍ਰਕਾਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਅਕਾਲ ਤਖਤ ਤੇ ਸ਼ਾਸਤਰ ਪ੍ਰਕਾਸ਼ ਕੀਤਾ। ਜਿਹੜਾ ਅਕਾਲ ਤਖਤ ਹੈ ਉਹ ਸ਼ਕਤੀ ਦਾ ਪ੍ਰਤੀਕ ਹੈ, ਜਿਹੜਾ ਦਰਬਾਰ ਸਾਹਿਬ ਹੈ ਉਹ ਸਾਡੀ ਭਗਤੀ ਦਾ ਪ੍ਰਤੀਕ ਹੈ। ਅਕਾਲ ਤਖਤ ਸ਼ਕਤੀ ਦਾ ਪ੍ਰਗਟਾਵਾ ਕਰ ਰਿਹਾ, ਦਰਬਾਰ ਸਾਹਿਬ ਭਗਤੀ ਦਾ ਪ੍ਰਗਟਾਵਾ ਕਰ ਰਿਹਾ। ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹਨ, ਅਕਾਲ ਤਖਤ ਤੇ ਸ਼ਾਸਤਰ ਹਥਿਆਰ ਪ੍ਰਕਾਸ਼ ਹਨ ਸਤਿਗੁਰੂ ਜੀ ਦੇ ਔਰ ਗੁਰਸਿੱਖਾਂ ਦੇ ਪਾਵਨ ਹਸਤ ਕਮਲਾਂ ਦੀ ਜਿਨ੍ਹਾਂ ਨੇ ਛੋਹ ਪ੍ਰਾਪਤ ਕੀਤੀ ਹੈ। ਇਸ ਕਰਕੇ ਦੋ ਨਿਸ਼ਾਨ ਝੁਲਦੇ ਹਨ, ਇੱਕ ਭਗਤੀ ਦਾ ਮੀਰੀ ਦਾ ਨਿਸ਼ਾਨ ਝੁਲ ਰਿਹਾ, ਇੱਕ ਪੀਰੀ ਦਾ। ਪੀਰੀ ਜਿਹੜਾ ਹੈ ਇਹ ਭਗਤੀ ਦਾ ਨਿਸ਼ਾਨ ਹੈ, ਮੀਰੀ ਜਿਹੜਾ ਹੈ ਬਾਦਸ਼ਾਹੀ ਦਾ ਸ਼ਕਤੀ ਦਾ ਨਿਸ਼ਾਨ ਹੈ। ਗੱਜ ਕੇ ਬੋਲੋ ਸਤਨਾਮ। ਸੋ ਸਾਧ ਸੰਗਤ ਜੀ, ਸਮਾਂ ਬੇਅੰਤ ਹੋ ਚੁੱਕਾ ਹੈ। ਸੋ ਦਾਸ ਇੰਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚਕ ਹਨ। ਅੱਜ ਬਹੁਤ ਸਾਰੀ ਨਵੀਂ ਸੰਗਤ ਆਈ ਹੈ, ਭਾਵੇਂ ਬਹੁਤ ਸਾਰੀਆਂ ਖਬਰਾਂ ਇੱਧਰ ਉੱਧਰ ਦੀਆਂ ਚੱਲਦੀਆਂ ਹਨ। ਮੈਂ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਾਂਗਾ, ਝੂਠੀਆਂ ਖਬਰਾਂ ਤੇ ਯਕੀਨ ਨਹੀਂ ਕਰਨਾ। ਸੰਗਤ ਵਿੱਚ ਆਪ ਸ਼ਾਮਲ ਹੋਇਆ ਕਰੋ। ਜਿਹੜੇ ਦੁਕਾਨਦਾਰ ਲੋਕ ਹਨ, ਕਿਉਂਕਿ ਉਹਨਾਂ ਨੇ ਅਖਬਾਰਾਂ ਵੇਚਣੀਆਂ ਹੁੰਦੀਆਂ, ਝੂਠੀਆਂ ਸੱਚੀਆਂ ਖਬਰਾਂ ਪ੍ਰਕਾਸ਼ਿਤ ਕਰਕੇ ਚੋਂਦੀਆਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹਨ ਕਿ ਸਾਡੀਆਂ ਅਖਬਾਰਾਂ ਜ਼ਿਆਦਾ ਵਿਕਣ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਖਬਰਾਂ ਪੜ੍ਹ ਕੇ ਕਿਸੇ ਬੰਦੇ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ, ਨਾ ਅਮਲ ਕਰਨਾ ਚਾਹੀਦਾ। ਅਖਬਾਰਾਂ ਵਿੱਚ ਸਾਰੀਆਂ ਖਬਰਾਂ ਸੱਚੀਆਂ ਨਹੀਂ ਛਪਦੀਆਂ। ਬਹੁਤ ਸਾਰੀਆਂ ਖਬਰਾਂ ਹਨ ਜਿਨ੍ਹਾਂ ਦਾ ਕੋਈ ਮੂਲ ਨਹੀਂ ਹੁੰਦਾ, ਬਿਲਕੁਲ ਨਿਰਮੂਲ ਹੁੰਦੀਆਂ ਹਨ। ਗੁਰਦੁਆਰਾ ਸਰੀ ਡੈਲਟਾ ਦਾ ਪ੍ਰਬੰਧ ਬਹੁਤ ਸੁੰਦਰ ਢੰਗ ਨਾਲ ਚੱਲ ਰਿਹਾ ਹੈ ਔਰ ਪ੍ਰਬੰਧਕ ਕਮੇਟੀ ਵਿੱਚ ਪੂਰਨ ਏਕਤਾ ਹੈ ਔਰ ਸਾਧ ਸੰਗਤ ਕਿਸੇ ਪ੍ਰਕਾਰ ਦੀ ਦਫੇੜ ਨਹੀਂ ਹੈ। ਅਤੇ ਸਾਧ ਸੰਗਤ ਜੀ, ਮੇਰੇ ਵਿਰੁੱਧ ਵੀ ਕਾਫੀ ਖਬਰ ਲੱਗੀ ਆ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬਹੁਤ ਸਾਰੇ ਹਿੰਟ ਦਿੱਤੇ ਹਨ। ਸੋ ਸਾਧ ਸੰਗਤ ਜੀ, ਗੱਲ ਤਾਂ ਸੀ ਪੰਗਤ ਦੀ ਤੇ ਪ੍ਰਸ਼ਨ ਬਹੁਤ ਉਠਾਏ ਹਨ। ਮੈਂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਕਿ ਗੱਜ ਵੱਜ ਕੇ ਸਾਧ ਸੰਗਤ ਵਿੱਚ ਆ ਕੇ ਕਥਾ ਵਾਰਤਾ ਸੁਣਿਆ ਕਰੋ ਔਰ ਗੁਰੂ ਦੀ ਬਾਣੀ ਸੁਣਿਆ ਕਰੋ, ਆਪੇ ਅਸਲੀਅਤ ਦਾ ਪਤਾ ਲੱਗ ਜਾਂਦਾ। ਸੋ ਇਹਨਾਂ ਖਬਰਾਂ ਦੇ ਨਾਲ ਅਸੀਂ ਕੋਈ ਝੂਠੇ ਨਹੀਂ ਬਣਨ ਲੱਗੇ, ਮਹਾਰਾਜ ਦੇ ਦਰਬਾਰ 'ਚ ਸੱਚੇ ਹੋਣਾ। ਖਬਰਾਂ ਝੂਠੀਆਂ ਤੇ ਅਮਲ ਨਹੀਂ ਕਰਨਾ ਔਰ ਸਤਿਗੁਰੂ ਦੀ ਬਾਣੀ ਤੇ ਅਮਲ ਕਰਨਾ ਹੈ। ਗੁਰਸਿੱਖੀ ਵੱਲ ਵਧਣਾ, ਤੁਸੀਂ ਸੰਗਤ ਨੇ ਆਪਸ ਵਿੱਚ ਪਿਆਰ ਵਧਾਉਣਾ। ਇਸ ਕਰਕੇ ਮੈਂ ਇਹ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਬਾਣੀ ਨਾਲ ਪਿਆਰ ਪਾਓ, ਸਤਿਗੁਰਾਂ ਦੇ ਚਰਨਾਂ ਨਾਲ ਜੁੜੋ। ਬਹੁਤ ਸਾਰੇ ਗੁਰਸਿੱਖ ਐਸੇ ਹਨ, ਉਹਦਾ ਖਬਰਾਂ ਪੜ੍ਹਨੋਂ ਹੀ ਹਟ ਗਿਆ ਅਖਬਾਰਾਂ। ਮੇਰੇ ਨਾਲ ਉਹਨਾਂ ਦੇ ਬਚਨ ਹੋਏ, ਮੈਂ ਕਿਹਾ ਕਿਉਂ? ਕਹਿੰਦੇ ਜੀ ਕੋਈ ਸੱਚੀ ਖਬਰ ਤਾਂ ਦਿੰਦੇ ਨਹੀਂ, ਐਵੇਂ ਪੜ੍ਹ ਕੇ ਮਨ 'ਚ ਦੁਬਿਧਾ ਪੈ ਜਾਂਦੀ, ਦੂਏ ਦਿਨ ਨਿਤਨੇਮ 'ਚ ਵੀ ਚਿੱਤ ਨਹੀਂ ਲੱਗਦਾ। ਗੱਜ ਕੇ ਬੋਲੋ ਸਤਨਾਮ। ਕਿਉਂਕਿ ਹੁਣ ਅਖਬਾਰ ਦੇ ਵਰਕੇ 15-16 ਹੁੰਦੇ ਆ, ਭਰਨੇ ਤਾਂ ਹੁੰਦੇ ਹੀ ਆ, ਤੇ ਜੇ ਸੱਚੇ ਲਿਖਣ ਤੇ ਅਖਬਾਰ ਭਰੇ ਕਿਵੇਂ? ਪੱਤਰੇ ਤਾਂ ਪੂਰੇ ਕਰਨੇ ਹੋਏ। ਇਸ ਕਰਕੇ ਫਿਰ ਥੋੜਾ ਬਹੁਤ ਝੂਠ ਸੱਚ ਲਿਖਿਆ ਜਾਵੇ ਤਾਂ ਹੀ ਅਖਬਾਰ ਭਰ ਸਕਦੀ ਹੈ। ਤੇ ਜੇ ਸਾਫ਼ ਨਹੀਂ ਕੋਈ ਚੁੱਕਵੀਂ ਗੱਲ ਨਾ ਕੀਤੀ ਜਾਏ ਤੇ ਹੋ ਸਕਦਾ ਘੱਟ ਖਰੀਦਣ, ਪਰ ਨਹੀਂ, ਜੇ ਸਚਾਈ ਲਿਖੀ ਜਾਏ ਤੇ ਜ਼ਿਆਦਾ ਲੋਕ ਖਰੀਦਣਗੇ। ਇਸ ਕਰਕੇ ਸਾਧ ਸੰਗਤ, ਮੈਂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਕਿ ਖਬਰਾਂ ਤੇ ਅਸਰ ਕਰਨ ਦੀ ਲੋੜ ਨਹੀਂ। ਅਸਰ ਕਰੋ ਗੁਰਬਾਣੀ ਸੁਣ ਕੇ, ਬੁਰਾਈ ਛੱਡੋ, ਨੇਕੀ ਨੂੰ ਧਾਰੋ, ਗੁਰੂ ਦੇ ਲੜ ਲੱਗੋ ਔਰ ਗੁਰੂ ਦੇ ਲੜ ਲੱਗਣ ਨਾਲ ਭਲਾ ਹੋਣਾ, ਸਤਿਗੁਰਾਂ ਦੇ ਚਰਨਾਂ ਨਾਲ ਜੁੜਨ ਨਾਲ ਭਲਾ ਹੋਣਾ। ਇੰਨੀਆਂ ਬੇਨਤੀਆਂ ਕਰਦਾ ਹੋਇਆ ਪ੍ਰਬੰਧਕ ਕਮੇਟੀ ਦਾ, ਸਮੁੱਚੀ ਸਾਧ ਸੰਗਤ ਦਾ ਦਾਸ ਧੰਨਵਾਦ ਕਰਦੇ ਹੋਏ ਖਿਮਾ ਦੇ ਜਾਚਕ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।